ਹੈਲੋ एवरीवन वेलकम टू द चैनल। सो अज आप गल करांगे किंगडम प्रोटिस्टा बारे कि किंगडम प्रोटिस्टा जो है ਉਹਦੇ ਕੀ ਫੀਚਰਸ ਹੈਗੇ ਆ, ਉਹਦੇ ਕਿਹੜੇ ਟਾਈਪਸ ਆ, ਨਿਊਟ੍ਰੀਸ਼ਨ ਕਿੱਦਾਂ ਦੀ ਹੈਗੀ ਆ, ਐਗਜ਼ਾਮਪਲਸ ਕੀ ਹੈਗੀਆਂ ਆ, ਕਿਸ ਤਰੀਕੇ ਦੇ ਉਹ ਦਿਖਾਈ ਦਿੰਦੇ ਹੈਗੇ ਆ। ਸੋ ਮੈਂ ਕੋਸ਼ਿਸ਼ ਕਰੂੰਗੀ ਕਿ ਫਿਗਰਸ ਦੇ ਥਰੂ ਪ੍ਰੋਪਰ ਕਲੀਅਰ ਕਰ ਪਾਵਾਂ ਸਾਰੇ ਆਪਣੇ ਕਨਸੈਪਟਸ ਨੂੰ। ਸੋ ਜਿਹੜੇ ਆਪਾਂ ਡਾਇਗਰਾਮ ਦੇਖ ਰਹੇ ਹੈਗੇ ਆ ਇਹ ਸਭ ਪ੍ਰੋਟਿਸਟਾ ਕਿੰਗਡਮ ਦੇ ਅੰਦਰ ਆਉਂਦੇ ਹੈਗੇ ਆ। ਔਰ ਜਿੱਦਾਂ ਕਿ ਆਪਾਂ ਇਹਦੀ ਗੱਲ ਕਰੀਏ, ਇਹ ਡਾਇਨੋਫਲੈਜਲੇਟਸ ਆ, ਇਹ ਫਲੈਜਲੇਟਿਡ ਪ੍ਰੋਟੋਜ਼ੋਆ ਹੈਗਾ ਆ, ਠੀਕ ਹੈ। ਇਹ ਸਲਾਈਮ ਵੁੱਡਸ ਆ ਜਾਂਦੇ ਹੈਗੇ ਆ, ਇਹ ਕ੍ਰਾਈਜ਼ੋਫਾਈਟਸ ਕੈਟਾਗਰੀ ਦੇ ਅੰਦਰ ਆ ਜਾਂਦੇ। ਸੋ ਜਿਹੜੇ ਪ੍ਰੋਟਿਸਟਾ ਹੈ, ਸਭ ਤੋਂ ਪਹਿਲੇ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਪ੍ਰੋਟਿਸਟਾ ਕਿੰਗਡਮ ਆ ਉਹਦੇ ਵਿੱਚ ਹੈ ਕੀ ਚੀਜ਼ ਮੇਨ। ਤੋ ਪ੍ਰੋਟਿਸਟਾ ਕਿੰਗਡਮ ਦੇ ਵਿੱਚ ਜਿਹੜੇ ਔਰਗੈਨਿਜ਼ਮਸ ਹੁੰਦੇ ਉਹ ਹੈਗੇ ਸਭ ਯੂਨੀਸੈਲੂਲਰ ਹੀ ਆ, ਬਟ ਉਹਨੂੰ ਅਸੀਂ ਫਿਰ ਵੀ ਪ੍ਰੋਟਿਸਟਾ ਕਿੰਗਡਮ 'ਚ ਇਸ ਲਈ ਰੱਖਿਆ ਕਿਉਂਕਿ ਉਹ ਯੂਕੈਰੀਓਟਿਕ ਔਰਗੈਨਿਜ਼ਮ ਆ। ਹੁਣ ਦੇਖੋ, ਆਪਾਂ ਪਹਿਲੇ ਕਿੰਗਡਮ ਮੋਨੇਰਾ ਕੀਤਾ ਹੋਇਆ, ਉਹਦੇ ਵਿੱਚ ਵੀ ਤਾਂ ਅਸੀਂ ਇਹੀ ਗੱਲ ਕੀਤੀ ਸੀ ਕਿ ਯੂਨੀਸੈਲੂਲਰ ਔਰਗੈਨਿਜ਼ਮਸ ਪ੍ਰੈਜ਼ੈਂਟ ਹੁੰਦੇ ਆ, ਬਟ ਉਹ ਸਭ ਜੋ ਵੀ ਔਰਗੈਨਿਜ਼ਮ ਸੀਗੇ ਉਹ ਯੂਕੈਰੀਓਟਿਕ ਨਹੀਂ ਸੀ, ਪ੍ਰੋਕੈਰੀਓਟਿਕ ਔਰਗੈਨਿਜ਼ਮ ਸੀਗੇ। ਉਹ ਮਤਲਬ ਉਹਨਾਂ ਦੇ ਅੰਦਰ ਸੈੱਲ ਔਰਗਨਲੀਜ਼ ਨਹੀਂ ਸੀਗੀਆਂ, ਜਿੱਦਾਂ ਕਿ ਨਿਊਕਲੀਅਸ ਦੇ ਨਾਲ ਜੈਨੇਟਿਕ ਮਟੀਰੀਅਲ ਤਾਂ ਹੈ ਬਟ ਨਿਊਕਲੀਅਸ ਨਹੀਂ ਨਾ ਹੁੰਦਾ, ਨਾ ਕੋਈ ਮਾਈਟੋਕੌਂਡਰੀਆ ਹੈ, ਨਾ ਕੋਈ ਐਂਡੋਪਲਾਜ਼ਮਿਕ ਰੈਕਟੀਕੂਲਮ ਹੈ ਜਿਨ੍ਹਾਂ ਦੇ ਕਰਕੇ ਸੈੱਲ ਦੀ ਪ੍ਰੋਪਰ ਫੰਕਸ਼ਨਿੰਗ ਹੁੰਦੀ ਆ। ਹੁਣ ਉਹ ਸਭ ਨਹੀਂ ਸੀ ਤਾਂ ਉਹ ਪ੍ਰੋਕੈਰੀਓਟਿਕ ਔਰਗੈਨਿਜ਼ਮ ਅਲੱਗ ਕੈਟਾਗਰੀ 'ਚ ਰੱਖਦੇ। ਹੁਣ ਇਹ ਯੂਨੀਸੈਲੂਲਰ ਇਹ ਵੀ ਹੈਗੇ ਆ, ਸਿਮਿਲੈਰਿਟੀ ਇਹੀ ਆ ਕਿ ਯੂਨੀਸੈਲਰ ਆ ਮੋਨੇਰਾ ਔਰ ਪ੍ਰੋਟਿਸਟਾ, ਬਟ ਫਰਕ ਇਹ ਆ ਕਿ ਜਿਹੜੇ ਪ੍ਰੋਟਿਸਟਾ ਕਿੰਗਡਮ ਆ ਇਹ ਯੂਕੈਰੀਓਟਸ ਆ। ਮਤਲਬ ਕਿ ਜਿੱਦਾਂ ਮੋਨੇਰਾ ਕਿੰਗਡਮ ਹੈ ਉਹਦੇ ਵਿੱਚ ਜਦੋਂ ਔਰਗੈਨਲੀਜ਼ ਆਉਣੀਆਂ ਸਟਾਰਟ ਹੋ ਗਈਆਂ, ਔਰਗੈਨਲੀਜ਼ ਬਣ ਗਈਆਂ ਅਤੇ ਉਹ ਕਿੰਗਡਮ ਪ੍ਰੋਟਿਸਟਾ ਬਣ ਗਿਆ। ਸੋ ਇਹਦੀ ਸਪੈਸ਼ਲਿਟੀ ਇਹੀ ਆ ਕਿ ਇਹ ਯੂਕੈਰੀਓਟਿਕ ਔਰਗੈਨਿਜ਼ਮ ਆ, ਇਹਦੇ ਵਿੱਚ ਮਾਈਟੋਕੌਂਡਰੀਆ, ਐਂਡੋਪਲਾਜ਼ਮਿਕ ਰੈਕਟੀਕੂਲਮ, ਗੋਲਜੀ ਆਪਰੇਟਸ ਸਭ ਕੁਛ ਪ੍ਰੈਜ਼ੈਂਟ ਹੁੰਦਾ ਆ। ਸੋ ਆਪਾਂ ਸਟਾਰਟ ਕਰਦੇ ਹਾਂ। ਕਿੰਗਡਮ ਪ੍ਰੋਟਿਸਟਾ ਯੂਨੀਸੈਲੂਲਰ ਯੂਕੈਰੀਓਟਸ ਹੁੰਦੇ ਹੈਗੇ ਆ, ਔਰ ਇਹਨਾਂ ਦੀਆਂ ਕੀ ਆ ਬਾਊਂਡਰੀਜ਼ ਵੈਲ ਡਿਫਾਈਨਡ ਨਹੀਂ ਹੈਗੀਆਂ। ਕਈ ਤਰ੍ਹਾਂ ਦੇ ਤਾਂ ਇਹ ਹੁੰਦੇ ਹੈਗੇ ਆ, ਠੀਕ ਹੈ। ਸੋ ਇਹਨਾਂ ਦੀਆਂ ਕੋਈ ਵੈਲ ਡਿਫਾਈਨਡ ਬਾਊਂਡਰੀਜ਼ ਨਹੀਂ ਹੈਗੀਆਂ, ਕਲੀਅਰ ਅਪ ਨਹੀਂ ਹੈਗਾ ਇਹਨਾਂ ਬਾਰੇ। ਹੁਣ ਇਹ ਜਿਹੜੇ ਹੈਗੇ ਔਰਗੈਨਿਜ਼ਮ ਇਹਨਾਂ ਦੀ ਨਿਊਟ੍ਰੀਸ਼ਨ ਕਿੱਦਾਂ ਦੀ ਹੁੰਦੀ ਆ, ਕਿ ਇਸ ਤਰੀਕੇ ਨਾਲ ਕਿੱਦਾਂ ਆਪਣਾ ਫੂਡ ਲੈਂਦੇ ਹੈਗੇ ਆ। ਸੋ ਨਿਊਟ੍ਰੀਸ਼ਨ ਜਿਹੜੀ ਆ ਇਹਨਾਂ ਦੀ ਫੋਟੋਟ੍ਰੋਪਿਕ, ਹੀਟੀਰੋਟ੍ਰੋਪਿਕ ਔਰ ਮਿਗਜ਼ੋਟ੍ਰੋਪਿਕ ਆ। ਮਤਲਬ ਕਿ ਫੋਟੋਟ੍ਰੋਪਿਕ ਦਾ ਮਤਲਬ ਫੋਟੋ ਰਿਲੇਟਿਡ ਟੂ ਲਾਈਟ, ਫੋਟੋ ਦਾ ਮਤਲਬ ਹੁੰਦਾ ਆ ਲਾਈਟ। ਸੋ ਉਹ ਔਰਗੈਨਿਜ਼ਮਸ ਜਿਹੜੇ ਕਿ ਆਪਣਾ ਫੂਡ ਖੁਦ ਪ੍ਰੀਪੇਅਰ ਕਰ ਪਾਉਂਦੇ, ਅਸੀਂ ਉਹਨਾਂ ਨੂੰ ਫੋਟੋਟ੍ਰੋਪਿਕ ਕਹਿ ਦਿੰਦੇ ਹੈਗੇ ਆ। ਹੀਟੀਰੋਟ੍ਰੋਪਿਕ 'ਚ ਉਹ ਔਰਗੈਨਿਜ਼ਮ ਆਉਂਦੇ ਜਿਹੜੇ ਕਿਸੇ ਦੂਸਰੇ ਔਰਗੈਨਿਜ਼ਮ ਤੋਂ ਆਪਣਾ ਫੂਡ ਲੈਂਦੇ ਹੈਗੇ, ਨਿਊਟ੍ਰੀਸ਼ਨ ਕਿਸੇ ਦੂਸਰੇ ਔਰਗੈਨਿਜ਼ਮ ਤੋਂ ਲੈਂਦੇ ਆ। ਐਂਡ ਮਿਕਸੋਟ੍ਰੋਪਿਕ ਦਾ ਮਤਲਬ ਆ ਮਿਕਸ, ਜਿਹਦੇ ਵਿੱਚ ਫੋਟੋ ਔਰ ਹੀਟੀਰੋ ਦੋਨੋਂ ਤਰ੍ਹਾਂ ਦੀਆਂ ਨਿਊਟ੍ਰੀਸ਼ਨ ਹੋ ਸਕਦੀਆਂ ਹੈਗੀਆਂ। ਉਹਨਾਂ ਨੂੰ ਅਸੀਂ ਮਿਗਜ਼ੋਟ੍ਰੋਪਿਕ ਨਿਊਟ੍ਰੀਸ਼ਨ ਕਹਿ ਦਿੰਦੇ ਹਾਂ ਜਾਂ ਮਿਗਜ਼ੋਟ੍ਰੋਪਿਕ ਔਰਗੈਨਿਜ਼ਮ ਕਹਿ ਦਿੰਦੇ ਹੈਗੇ ਆ। ਹੁਣ ਦੇਖੋ, ਅਗਰ ਤਾਂ ਮਤਲਬ ਇਹ ਜਿਹੜੀ ਔਰਗੈਨਿਜ਼ਮ ਆਪਣਾ ਫੂਡ ਪ੍ਰੀਪੇਅਰ ਕਰ ਪਾਉਣ ਆਸਾਨੀ ਦੇ ਨਾਲ ਤਾਂ ਇਹ ਫੋਟੋਸਿੰਥੈਟਿਕ ਰਹਿਣਗੇ। ਅਗਰ ਹੁਣ ਫੋਟੋਸਿੰਥੈਟਿਕ ਇਹ ਐਕਟੀਵਿਟੀਜ਼ ਨਹੀਂ ਕਰ ਪਾਉਂਦੇ, ਕਿਸੇ ਵਜ੍ਹਾ ਨਾਲ ਇਹਨਾਂ ਦਾ ਫੂਡ ਪ੍ਰੀਪੇਅਰ ਨਹੀਂ ਹੋ ਪਾਉਂਦਾ ਅਤੇ ਕਿਸੇ ਦੂਸਰੇ ਔਰਗੈਨਿਜ਼ਮ ਨੂੰ ਖਾ ਲੈਂਦੇ ਹੈਗੇ ਆ, ਠੀਕ ਹੈ, ਅਤੇ ਇਹ ਹੀਟੀਰੋਟ੍ਰੋਪਿਕ ਬਣ ਜਾਂਦੇ। ਸੋ ਇਹਨਾਂ ਨੂੰ ਮਿਗਜ਼ੋਟ੍ਰੋਪਿਕ ਕਹਿ ਦਿੰਦੇ ਹਾਂ ਆਪਾਂ। ਹੁਣ ਇਹਨਾਂ ਦੇ ਟਾਈਪਸ ਕਿਹੜੇ ਹੈਗੇ ਆ? ਟਾਈਪਸ ਜਿਹੜੇ ਆ 5 ਹੈਗੇ ਆ: ਕ੍ਰਾਈਜ਼ੋਫਾਈਟਸ, ਡਾਇਨੋਫਲੈਜਲੇਟਸ, ਯੂਗਲੇਨੋਇਡਸ, ਸਲਾਈਮੂਡਸ ਐਂਡ ਪ੍ਰੋਟੋਜ਼ੋਨਸ, ਠੀਕ ਹੈ। ਹੁਣ ਅਗਰ ਆਪਾਂ ਨਿਊਟ੍ਰੀਸ਼ਨ ਦੇ ਬੇਸ 'ਤੇ ਇਹਨਾਂ ਨੂੰ ਡਿਵਾਈਡ ਕਰੀਏ ਤਾਂ ਕਿਹੜੇ ਹੈਗੇ ਆ ਇਹ? ਕ੍ਰਾਈਜ਼ੋਫਾਈਟ ਔਰ ਡਾਇਨੋਫਲੈਜਲੇਟ ਜਿਹੜੀ ਹੈਗੀ ਆ ਇਹ ਫੋਟੋਟ੍ਰੋਪਿਕ ਹੈਗੀ ਆ। ਯੂਗਲੇਨੋਇਡਸ ਜਿਹੜਾ ਇਹ ਇਕੱਲਾ ਹੀ ਮਿਗਜ਼ੋਟ੍ਰੋਪਿਕ ਹੁੰਦਾ ਆ। ਸਲਾਈਮੂਡਸ ਐਂਡ ਪ੍ਰੋਟੋਜ਼ੋਨਸ ਜਿਹੜੇ ਹੈਗੇ ਹੀਟੀਰੋਟ੍ਰੋਪਿਕ ਔਰਗੈਨਿਜ਼ਮਸ ਹੁੰਦੇ ਹੈਗੇ ਆ, ਠੀਕ ਹੈ। ਹੁਣ ਇਹਨਾਂ ਦੀਆਂ ਵੀ ਫਰਦਰ ਕਈ ਜਿਹੜੇ ਟਾਈਪਸ ਆ ਉਹਨਾਂ ਦੀਆਂ ਕੈਟਾਗਰੀਜ਼ ਹੈਗੀਆਂ। ਹੁਣ ਅਗਰ ਆਪਾਂ ਗੱਲ ਕਰਦੇ ਹੈਗੇ ਕ੍ਰਾਈਜ਼ੋਫਾਈਟਸ ਦੀ, ਠੀਕ ਹੈ, ਪਹਿਲੇ ਥੋੜ੍ਹਾ ਇਹਦੇ ਤੋਂ ਦੇਖ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਡਿਟੇਲ ਦੇ ਵਿੱਚ ਜਾਵਾਂਗੇ। ਸੋ ਜਿਹੜੇ ਕ੍ਰਾਈਜ਼ੋਫਾਈਟਸ ਹੁੰਦੇ ਆ ਇਹਨਾਂ ਦੇ ਟਾਈਪ ਆ ਡਾਇਟਮਸ ਐਂਡ ਡੈਸਮਾਈਡਸ, ਠੀਕ ਹੈ, 2 ਟਾਈਪ ਆ। ਡਾਇਨੋਫਲੈਜਲੇਟਸ ਦੀਆਂ ਐਗਜ਼ਾਮਪਲ ਹੈਗੀਆਂ, ਯੂਗਲੇਨੋਇਡਸ ਦੇ ਵਿੱਚ ਵੀ ਯੂਗਲੀਨਾ ਆ ਜਾਂਦਾ ਹੈਗਾ, ਪੈਰਾਮੀਸ਼ੀਅਮ ਆ ਜਾਂਦਾ ਹੈ। ਨੈਕਸਟ ਸਲਾਈਮੂਡਸ ਦੇ ਵਿੱਚ ਵੀ ਜਿੱਦਾਂ ਫਫੂੰਦੀ ਲੱਗ ਜਾਂਦੀ ਹੈਗੀ, ਉਸ ਤਰੀਕੇ ਦੇ ਇਹ ਹੁੰਦੇ ਆ। ਪ੍ਰੋਟੋਜ਼ੋਨਸ ਜਿਹੜੇ ਆ ਇਹਨਾਂ ਦੀਆਂ ਅੱਗੇ ਟਾਈਪਸ ਹੈਗੀਆਂ। ਜਿਹੜੇ ਪ੍ਰੋਟੋਜ਼ੋਨਸ ਹੁੰਦੇ ਆ ਉਹ ਅਲੱਗ ਤਰ੍ਹਾਂ ਦੇ ਹੈਗੇ। 4 ਮੇਨ ਟਾਈਪਸ ਹੁੰਦੀਆਂ ਇਹਦੀਆਂ। ਪ੍ਰੋਟੋਜ਼ੋਨਸ ਦੀਆਂ 4 ਕੈਟਾਗਰੀਜ਼ ਹੁੰਦੀਆਂ ਆ। ਕਿਹੜੀਆਂ? ਇੱਕ ਹੁੰਦੇ ਹੈਗੀਆਂ ਅਮੀਬੋਇਡ ਪ੍ਰੋਟੋਜ਼ੋਨਸ, ਠੀਕ ਹੈ, ਅਮੀਬੋਇਡ ਪ੍ਰੋਟੋਜ਼ੋਨਸ। ਦੂਸਰੇ ਹੁੰਦੇ ਫਲੈਜਲੇਟਿਡ, ਥਰਡ ਹੁੰਦੇ ਸਿਲੀਏਟਿਡ ਐਂਡ ਫੋਰਥ ਹੁੰਦੇ ਸਪੋਰੋਜ਼ੋਨ। ਹੁਣ ਇਹ ਸਿਲੀਏਟਿਡ ਦੇ ਅੰਦਰ ਹੀ ਪੈਰਾਮੀਸ਼ੀਅਮ ਐਗਜ਼ਾਮਪਲ ਆ, ਉਹ ਮੈਂ ਇੱਥੇ ਲਿਖ ਦਿੱਤੀ ਆ, ਬਟ ਇਹ ਟਾਈਪ ਨਹੀਂ ਆ, ਇਹ ਜਸਟ ਐਗਜ਼ਾਮਪਲ ਹੈਗੀ ਆ। ਸੋ
ਕਿਹੜੇ ਟਾਈਪ ਆ? ਅਮੀਬॉइड, ਫਲੈਜਲੇਟਿਡ, ਸਿਲੀਏਟਿਡ ਐਂਡ ਸਪੋਰੋਜ਼ੋਨਸ। ਠੀਕ ਹੈ, ਹੁਣ ਆਪਾਂ ਇਹਨਾਂ ਦੇ ਬਾਰੇ ਡਿਟੇਲ ਦੇ ਵਿੱਚ ਸਟੱਡੀ ਕਰਦੇ ਹਾਂ। ਸਭ ਤੋਂ ਪਹਿਲੇ ਆਉਂਦੇ ਹਾਂ ਕ੍ਰਾਈਜ਼ੋਫਾਈਟਸ ਦੇ ਉੱਤੇ। ਸੋ ਜਿਹੜੇ ਕ੍ਰਾਈਜ਼ੋਫਾਈਟਸ ਦੀ ਅਸੀਂ ਗੱਲ ਕਰ ਰਹੇ ਹਾਂ, ਇਹਨਾਂ ਨੂੰ ਅਸੀਂ ਚੀਫ ਪ੍ਰੋਡਿਊਸਰਸ ਆਫ ਓਸ਼ੀਅਨ ਕਹਿੰਦੇ ਹਾਂ, ਕਿ ਬਹੁਤ ਆਰਾਮ ਦੇ ਨਾਲ ਇਹ ਓਸ਼ਨਸ ਦੇ ਵਿੱਚ ਪਾਏ ਜਾਂਦੇ ਆ, ਔਰ ਇਹਨਾਂ ਦੇ ਵਿੱਚ ਹੁਣ ਫੋਟੋਸਿੰਥੇਸਿਸ ਹੋ ਸਕਦੀ ਹੈ, ਇਸ ਕਰਕੇ ਮਤਲਬ ਜ਼ਿਆਦਾ ਫੋਟੋਸਿੰਥੇਸਿਸ ਇਹ ਕੋਜ਼ ਕਰਦੇ ਆ, ਜਿਹਦੀ ਵਜ੍ਹਾ ਦੇ ਨਾਲ ਇਹਨਾਂ ਨੂੰ ਅਸੀਂ ਚੀਫ ਪ੍ਰੋਡਿਊਸਰਸ ਕਹਿ ਦਿੰਦੇ ਹਾਂ। ਬਹੁਤ ਸਾਰੀ ਫੋਟੋਸਿੰਥੇਸਿਸ ਦੇ ਨਾਲ ਤੋਂ ਕਰਵਾਈ ਜਾਂਦੀ ਆ, ਸੋ ਇਹ ਕੀ ਬਣ ਜਾਂਦੀ ਹੈਗੀ ਆ? ਚੀਫ ਪ੍ਰੋਡਿਊਸਰਸ ਬਣ ਜਾਂਦੇ ਆ। ਠੀਕ ਹੈ, ਸਪੈਸ਼ਲਿਟੀ ਆ, ਕਾਮਨ ਚੀਜ਼ ਇਹ ਹੈਗੀ ਆ ਇਹਦੀ। ਨੈਕਸਟ ਕਿ ਇਹਨਾਂ ਦੇ ਫੀਚਰਸ ਦੀ ਗੱਲ ਕਰੀਏ ਤਾਂ ਫਰੈਸ਼ ਵਾਟਰ ਔਰ ਐਜ਼ ਵੈਲ ਐਜ਼ ਮੈਰੀਨ। ਫਰੈਸ਼ ਵਾਟਰ 'ਚ ਤਾਂ ਪਾਏ ਹੀ ਜਾਂਦੇ ਆ, ਬਟ ਮੈਰੀਨ ਵਾਟਰ ਦੇ ਵਿੱਚ ਵੀ ਇਹ ਕੁਛ ਹੱਦ ਤੱਕ ਪ੍ਰੈਜੈਂਟ ਹੁੰਦੇ ਆ। ਹੁਣ ਅਗਰ ਗੱਲ ਕਰੀਏ ਵਾਟਰ ਦੇ ਵਿੱਚ, ਇਹ ਕਿੱਦਾਂ ਦੇ ਹੁੰਦੇ ਆ? ਪਲੈਂਕਟਨ ਫਾਰਮ 'ਚ ਹੁੰਦੇ ਆ, ਫਾਈਟੋਪਲੈਂਕਟਨ ਫਾਰਮ 'ਚ ਹੁੰਦੇ ਆ। ਫਾਈਟੋਪਲੈਂਕਟਨ ਦਾ ਮਤਲਬ ਕੀ ਆ? ਕਿ ਪਲਾਂਟ ਵਰਗੇ ਛੋਟੇ ਆਰਗੈਨਿਜ਼ਮਸ ਜਿਹੜੇ ਕਿ ਵਾਟਰ ਦੇ ਵਿੱਚ ਮੂਵ ਕਰਦੇ ਹੈਗੇ ਆ ਜਾਂ ਵਾਟਰ 'ਚ ਰਹਿੰਦੇ ਆ, ਉਹਨਾਂ ਨੂੰ ਅਸੀਂ ਫਾਈਟੋਪਲੈਂਕਟਨ ਕਹਿ ਦਿੰਦੇ ਹਾਂ। ਅਗਰ ਇਨਸੈਕਟ ਜਾਂ ਛੋਟੇ ਐਨੀਮਲ ਲਾਈਕ ਸਟਰਕਚਰ ਜਿਹੜੇ ਆ ਉਹ ਰਹਿੰਦੇ ਹੈਗੇ ਆ ਪਾਣੀ ਦੇ ਵਿੱਚ, ਤਾਂ ਅਸੀਂ ਉਹਨਾਂ ਨੂੰ ਜ਼ੂ ਪਲੈਂਕਟਨਸ ਕਹਿ ਦਿੰਦੇ ਹਾਂ। ਠੀਕ ਹੈ, ਫਿਲਹਾਲ ਆਪਾਂ ਫਾਈਟੋਪਲੈਂਕਟਨਸ ਦੀ ਗੱਲ ਕਰ ਰਹੇ ਹਾਂ, ਕਿਉਂਕਿ ਫੋਟੋਸਿੰਥੇਸਿਸ ਕਾਜ਼ ਕਰ ਸਕਦੇ ਨਾ, ਸਾਰੇ ਐਨੀਮਲਸ ਦਾ ਕਰ ਨਹੀਂ ਸਕਦੇ, ਇਸ ਕਰਕੇ। ਸੋ ਇਹ ਫਾਈਟੋਪਲੈਂਕਟਨਸ ਜਿਹੜੇ ਆ, ਪਲੈਂਕਟਨਸ ਜਿਹੜੇ ਆ ਮੇਨਲੀ, ਜਿੱਦਾਂ ਇਹ ਮੂਵ ਖੁਦ ਨਹੀਂ ਕਰ ਸਕਦੇ। ਹੁਣ ਜਿੱਦਾਂ ਵਾਟਰ ਮਤਲਬ ਵੇਵਸ ਦੀ ਫਾਰਮ ਦੇ ਵਿੱਚ ਅੱਗੇ ਵੱਧਦਾ, ਉੱਦਾਂ ਹੀ ਉਹਨਾਂ ਦੇ ਨਾਲ ਮੂਵ ਕਰਦੇ ਰਹਿੰਦੇ ਹੈਗੇ ਆ, ਵੇਵਸ ਦੇ ਨਾਲ ਹੀ ਫਲੋਟ ਕਰਦੇ ਆ। ਫਿਰ ਹੈ ਕਿ ਫੋਟੋਸਿੰਥੈਟਿਕ ਹੁੰਦੇ, ਆਪਾਂ ਨੂੰ ਪਤਾ ਕਲੋਰੋਫਿਲ ਪ੍ਰੈਜੈਂਟ ਹੁੰਦਾ ਇਹਨਾਂ 'ਚ। ਨੈਕਸਟ ਹੈ ਸੈਲ ਵਾਲ ਫਾਰਮਸ ਵਿਦ ਦ ਸਿਲਿਕਾ। ਹੁਣ ਇਹਨਾਂ ਦੀ ਜਿਹੜੀ ਸੈਲ ਵਾਲ ਆ, ਆਪਣੇ ਆਪ ਨੂੰ ਪ੍ਰੋਟੈਕਟ ਵੀ ਤਾਂ ਇਹਨਾਂ ਨੇ ਰੱਖਣਾ, ਸੋ ਇਹਨਾਂ ਦੀ ਵਾਲ ਜਿਹੜੀ ਆ ਉਹ ਸਿਲਿਕਾ ਦੇ ਨਾਲ ਬਣਦੀ ਹੈਗੀ ਆ। ਸਿਲਿਕਾ ਬਹੁਤ ਹਾਰਡ ਹੁੰਦਾ ਆ, ਇਹਨਾਂ ਦੇ ਕਰਕੇ ਇਹਨੂੰ ਟਫਨੈਸ ਮਿਲਦੀ ਹੈਗੀ ਆ। ਹੁਣ ਇਹਨਾਂ ਦੀ ਇੱਕ ਇਸ ਤਰੀਕੇ ਨਾਲ ਹੁੰਦੇ, ਇੱਕ ਦੂਸਰੇ ਨੂੰ ਇਸ ਤਰੀਕੇ ਨਾਲ ਇਹਨਾਂ ਨੇ ਓਵਰਲੈਪ ਕੀਤਾ ਹੁੰਦਾ, ਇਸ ਤਰੀਕੇ ਨਾਲ। ਠੀਕ ਹੈ, ਇੱਕ ਇਹ ਵਾਲਾ ਪਾਰਟ ਹੈ, ਇੱਕ ਇਹ ਵਾਲਾ ਪਾਰਟ ਹੈ। ਜਿੱਦਾਂ ਹੁਣ ਸੋਪ ਬੋਕਸ ਹੁੰਦਾ, ਜਿਹਦੇ ਵਿੱਚ ਅਸੀਂ ਸੋਪ ਰੱਖਦੇ ਹੈਗੇ ਨਾ, ਉਸ ਸੋਪ ਬੋਕਸ ਵਰਗੇ ਦਿਖਾਈ ਦਿੰਦੇ ਆ, ਔਰ ਇਹਨਾਂ ਦੇ ਵਿੱਚ ਕੀ ਹੁੰਦਾ? ਸਿਲਿਕਾ ਪ੍ਰੈਜੈਂਟ ਹੁੰਦਾ ਆ। ਠੀਕ ਹੈ, ਫਿਰ ਹੈ ਕਿ ਹੁਣ ਸਿਲਿਕਾ ਇਹਨਾਂ ਨੂੰ ਹਾਰਡਨੈਸ ਪ੍ਰੋਵਾਈਡ ਕਰਦੀ ਨਾ, ਸੋ ਇਹ ਡਿਸਟਰਕਟੇਬਲ ਆ। ਠੀਕ ਹੈ, ਇੰਡਸਟਰਕਟੇਬਲ ਆ, ਇਹ ਡਿਸਟਰਕਟ ਨਹੀਂ ਹੁੰਦੇ ਜਲਦੀ, ਟੁੱਟਦੇ ਨਹੀਂ ਹੈਗੇ ਜਲਦੀ ਇਹ। ਫਿਰ ਹੈ ਕਿ ਡਾਇਟੋਮੀਸ਼ੀਅਸ ਅਰਥ ਇਹਨਾਂ ਦੇ ਨਾਲ ਬਣਦੀ ਆ। ਹੁਣ ਡਾਇਟੋਮੀਸ਼ੀਅਸ ਅਰਥ ਅਸੀਂ ਕਿਹਨਾਂ ਨੂੰ ਕਹਿੰਦੇ ਹਾਂ? ਜਿੱਦਾਂ ਬਹੁਤ ਸਾਰੇ ਜਿਹੜੇ ਇਹ ਕ੍ਰਾਈਜ਼ੋਫਾਈਟਸ ਹੁੰਦੇ ਆ, ਹੁਣ ਆਪਾਂ ਇਹਨਾਂ ਦੀ ਗੱਲ ਕੀਤੀ ਨਾ ਡਾਇਟਮਸ ਦੀ, ਹੁਣ ਡਾਇਟਮਸ ਔਰ ਡੈਸਮਾਈਡਸ ਦੋਨੋਂ ਇਹਦੇ ਵਿੱਚ, ਦੋਨੋਂ ਦੇ ਫੀਚਰਸ ਇਹੀ ਹੁੰਦੇ ਹੈਗੇ ਆ। ਠੀਕ ਹੈ, ਅਗਰ ਆਪਾਂ ਡਾਇਟਮਸ ਦੀ ਗੱਲ ਕਰੀਏ ਨਾ, ਡਾਇਟਮਸ ਜਿਹੜੇ ਹੁੰਦੇ ਹੈਗੇ ਆ, ਇਹ ਬਹੁਤ ਜ਼ਿਆਦਾ ਪ੍ਰੈਜੈਂਟ ਹੁੰਦੇ ਆ, ਔਰ ਮੈਰੀਨ ਦੇ ਵਿੱਚ ਹੀ ਰਹਿੰਦੇ ਹੈਗੇ ਆ। ਜਿੱਦਾਂ ਹੀ ਇਹ ਮਤਲਬ ਖ਼ਤਮ ਹੋ ਜਾਂਦੇ ਆ, ਖ਼ਤਮ ਹੋਣ ਦੇ ਕਰਕੇ ਇਹ ਉੱਥੇ ਹੀ ਮੈਰੀਨ ਦੇ ਨੀਚੇ ਵਾਲੇ ਪਾਰਟ 'ਚ ਸੈਟਲ ਹੋ ਜਾਂਦੇ ਹੈਗੇ ਆ। ਪਾਊਡਰ ਵਰਗਾ ਸਟਰਕਚਰ ਇਹਨਾਂ ਦਾ ਬਣ ਜਾਂਦਾ, ਉਹ ਨੀਚੇ ਹੀ ਸੈਟਲ ਹੋ ਜਾਂਦੇ ਆ, ਔਰ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ? ਡਾਇਟੋਮੀਸ਼ੀਅਸ ਅਰਥ। ਡਾਇਟਮਸ ਦੇ ਕਰਕੇ ਜਿਹੜੀ ਮਤਲਬ ਜਿਹੜਾ ਪਾਰਟ ਬਣਿਆ, ਜਿਹੜੀ ਹਿੱਸਾ ਬਣ ਗਿਆ, ਉਹਨੂੰ ਅਸੀਂ ਡਾਇਟੋਮੀਸ਼ੀਅਸ ਅਰਥ ਕਹਿ ਦਿੰਦੇ ਹੈਗੇ ਆ। ਠੀਕ ਹੈ, ਸੋਇਲ ਦੇ ਵਿੱਚ ਪ੍ਰੈਜੈਂਟ ਹੁੰਦੇ, ਥੋੜ੍ਹੇ ਗ੍ਰਿਟੀ ਹੁੰਦੇ, ਗ੍ਰਿਟੀ ਮਤਲਬ ਜਿਹਦਾ ਕੋਰਸ ਪਾਰਟੀਕਲ ਆ, ਖੁਰਦਰੇ ਜਿਹੇ ਹੁੰਦੇ ਆ, ਇਸ ਕਰਕੇ ਇਹਨਾਂ ਨੂੰ ਪੋਲਿਸ਼ਿੰਗ ਦੇ ਵਿੱਚ ਯੂਜ਼ ਕਰਦੇ ਆ। ਆਇਲ ਜਾਂ ਸਿਰਪਸ ਦੀ ਫਿਲਟਰੇਸ਼ਨ ਦੇ ਵਿੱਚ ਵੀ ਇਹਨਾਂ ਨੂੰ ਯੂਜ਼ ਕੀਤਾ ਜਾਂਦਾ, ਕਿਉਂਕਿ ਇਹਨਾਂ 'ਚ ਕੁਛ ਪੋਰਸ ਵੀ ਪ੍ਰੈਜੈਂਟ ਹੁੰਦੇ ਆ, ਜਿਨ੍ਹਾਂ ਨਾਲ ਆਰਾਮ ਦੇ ਨਾਲ ਇਹਨਾਂ ਦੇ ਵਿੱਚ ਇਹਨਾਂ ਦੇ ਥਰੂ ਫਿਲਟਰੇਸ਼ਨ ਹੋ ਸਕਦੀ ਹੈਗੀ ਆ। ਸੋ ਆਪਾਂ ਇਹਨਾਂ ਨੂੰ ਇੱਕ ਵਾਰ ਡਾਇਗ੍ਰਾਮਸ ਦੇ ਥਰੂ ਦੇਖ ਲੈਂਦੇ ਹੈਗੇ ਆ। ਇਹਨਾਂ ਨੂੰ ਅਸੀਂ ਕਹਿੰਦੇ ਹਾਂ ਡਾਇਟਮਸ। ਠੀਕ ਹੈ, ਡਾਇਟਮਸ ਦੀਆਂ ਅਲੱਗ-ਅਲੱਗ ਸ਼ੇਪਸ ਹੁੰਦੀਆਂ, ਇੱਦਾਂ ਜ਼ਰੂਰੀ ਨਹੀਂ ਕਿ ਕੋਈ ਇੱਕ ਹੀ ਪਰਟੀਕੂਲਰ ਸ਼ੇਪ ਹੁੰਦੀ, ਅਲੱਗ-ਅਲੱਗ ਸ਼ੇਪਸ ਹੁੰਦੀਆਂ। ਜਿੱਦਾਂ ਜਵੈਲਰੀ ਹੁੰਦੀ ਹੈ ਨਾ, ਜਵੈਲਰੀ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ, ਉਸ ਤਰੀਕੇ ਦੇ ਇਹ ਹੁੰਦੇ ਹੈਗੇ। ਕੋਈ ਰੋਡ ਸ਼ੇਪ ਦੀ ਹੈਗੀ ਆ, ਦੇਖੋ ਕੋਈ ਇਹ ਰੋਡ ਸ਼ੇਪ ਦਾ ਬਣਿਆ ਹੋਇਆ, ਇਹ ਸਰਕੂਲਰ ਸ਼ੇਪ 'ਚ ਬਣਿਆ ਹੋਇਆ, ਪ੍ਰੋਪਰ ਸਫੈਰੀਕਲ ਸ਼ੇਪ 'ਚ ਨਾ, ਇਹ ਫਲਾਰ ਸ਼ੇਪ 'ਚ ਬਣਿਆ ਹੋਇਆ। ਸੋ ਇਹਨਾਂ ਦੀ ਅਲੱਗ-ਅਲੱਗ ਸ਼ੇਪਸ ਹੁੰਦੀਆਂ ਹੈਗੀਆਂ। ਠੀਕ ਹੈ, ਡਾਇਟਮਸ ਹੈ ਇਹ। ਨੈਕਸਟ ਦੇਖਦੇ ਹਾਂ, ਇਹਨਾਂ ਨੂੰ ਅਸੀਂ ਡੈਸਮਾਈਡਸ ਬੋਲਦੇ ਹਾਂ। ਠੀਕ ਹੈ, ਜਿਹੜੇ ਡੈਸਮਾਈਡ ਹੈਗੇ, ਹੁਣ ਜਿੱਦਾਂ ਅਸੀਂ ਕਿਹਾ ਕਿ ਮਤਲਬ ਜਿੱਦਾਂ ਕ੍ਰਾਈਜ਼ੋਫਾਈਟਸ ਆ ਨਾ, ਡਾਇਟਮਸ ਆ, ਇਹਨਾਂ ਨੂੰ ਅਸੀਂ ਕਹਿ ਦਿੰਦੇ ਚੀਫ ਪ੍ਰੋਡਿਊਸਰਸ ਹੈਗੇ ਆ। ਉਹਦੀ ਜਿਹੜੇ ਡੈਸਮਾਈਡਸ ਹੁੰਦੇ ਆ ਨਾ, ਡੈਸਮਾਈਡਸ ਨੂੰ ਅਸੀਂ ਗੋਲਡਨ ਐਲਗੀ ਵੀ ਬੋਲਦੇ ਹਾਂ। ਠੀਕ ਹੈ, ਗੋਲਡਨ ਐਲਗੀ। ਹੁਣ ਗੋਲਡਨ ਐਲਗੀ ਇਸ ਕਰਕੇ ਬੋਲਦੇ ਆ ਕਿਉਂਕਿ ਗੋਲਡਨ ਕਲਰ ਦੇ ਦਿਖਾਈ ਦੇ ਰਿਹਾ। ਹੁਣ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਗੋਲਡਨ ਹੀ ਆ ਨਾ, ਗੋਲਡਨ ਕਲਰ ਆ। ਹੁਣ ਗੋਲਡਨ ਕਲਰ ਇਹਨਾਂ ਨੂੰ ਮਿਲਿਆ ਕਿੱਦਾਂ? ਇਹਨਾਂ ਦੇ ਵਿੱਚ ਯੈਲੋ ਔਰ ਬਰਾਊਨ ਕਲਰ ਦੇ ਪਿਗਮੈਂਟ ਪ੍ਰੈਜੈਂਟ ਹੁੰਦੇ ਆ।
ਯੈਲੋ ਕਲਰ ਦੇ ਮੇਨਲੀ ਪਿਗਮੈਂਟਸ ਪ੍ਰੈਜ਼ੈਂਟ ਹੁੰਦੇ ਆ, ਔਰ ਉਹਨਾਂ ਪਿਗਮੈਂਟਸ ਕਰਕੇ ਹੀ ਇਹਨਾਂ ਦਾ ਕਲਰ ਗੋਲਡਨ ਬਣਦਾ ਹੈਗਾ ਆ, ਠੀਕ ਹੈ। ਸੋ ਇਸ ਕਰਕੇ ਡੈਸਮਾਈਟਸ ਜਿਹੜੀਆਂ ਇਹਨਾਂ ਨੂੰ ਅਸੀਂ ਗੋਲਡਨ ਐਲਗੀ ਵੀ ਬੋਲ ਦਿੰਦੇ ਹਾਂ। ਅਗਰ ਆਪਾਂ ਨੂੰ ਕੁਐਸਚਨ ਪੁੱਛਿਆ ਜਾਏ ਕਿ ਕਿਹੜਾ ਇੱਦਾਂ ਦਾ ਮਤਲਬ ਹੈ ਪਾਰਟ, ਕਿਹੜਾ ਇੱਦਾਂ ਦਾ ਟਾਈਪ ਹੈ ਪ੍ਰੋਟਿਸਟਾ ਦੇ ਅੰਦਰ ਜਿਹਨੂੰ ਅਸੀਂ ਗੋਲਡਨ ਐਲਗੀ ਕਹਿ ਦਿੰਦੇ ਹਾਂ, ਸੋ ਆਪਾਂ ਐਗਜ਼ਾਮਪਲ 'ਚ ਆਪਾਂ ਇਹਦੀ ਆਪਸ਼ਨ ਲਿਖਾਂਗੇ ਡੈਸਮਾਈਟਸ। ਕ੍ਰਾਈਜ਼ੋਫਾਈਟਸ ਤੋਂ ਆਉਂਦੀ ਆ ਸੈਕਿੰਡ ਕੈਟਾਗਰੀ ਹੈ ਅੱਗੇ ਡਾਇਨੋਫਲੈਜੇਲੇਟਸ। ਹੁਣ ਡਾਇਨੋਫਲੈਜੇਲੇਟਸ ਮੇਨਲੀ ਕੀ ਹੁੰਦੇ ਹੈਗੇ ਆ, ਮੈਰੀਨ ਔਰਗੈਨਿਜ਼ਮਸ ਆ। ਇਹ ਵੀ ਮੈਰੀਨ ਜ਼ਿਆਦਾਤਰ ਫਰੈਸ਼ ਵਾਟਰ 'ਚ ਨਹੀਂ, ਮੈਰੀਨ ਦੇ ਵਿੱਚ ਪਾਏ ਜਾਂਦੇ ਆ। ਫੋਟੋਸਿੰਥੈਟਿਕ ਹੁੰਦੇ ਹੈਗੇ ਆ ਇਹ, ਔਰ ਇਹ ਦਿਖਾਈ ਕਿੱਦਾਂ ਦੇ ਦਿੰਦੇ ਹੈਗੇ ਆ, ਇਹਨਾਂ ਦਾ ਕਲਰ ਅਲੱਗ ਅਲੱਗ ਹੁੰਦਾ, ਜਿੱਦਾਂ ਗੋਲਡਨ ਐਲਗੀ ਆ ਯੈਲੋ ਕਲਰ ਕਰਕੇ ਹੁੰਦੀ ਆ। ਹੁਣ ਇਹ ਯੈਲੋ, ਗ੍ਰੀਨ, ਬਰਾਊਨ, ਬਲੂ, ਰੈੱਡ ਕਲਰ ਅਲੱਗ-ਅਲੱਗ ਪਿਗਮੈਂਟਸ ਅਲੱਗ-ਅਲੱਗ ਪਲਾਸਟਿਡਸ ਇਹਨਾਂ 'ਚ ਪਾਏ ਜਾਂਦੇ, ਜਿਨ੍ਹਾਂ ਦੇ ਕਰਕੇ ਇਹਨਾਂ ਨੂੰ ਕਲਰ ਮਿਲਦਾ ਹੈਗਾ ਆ। ਸੈਲ ਵਾਲ ਇਹਨਾਂ ਦੀ ਸੈਲੂਲੋਜ਼ ਦੇ ਨਾਲ ਮਿਲ ਕੇ ਬਣਦੀ ਹੈਗੀ ਆ। ਹੁਣ ਇਸ ਤਰੀਕੇ ਦੇ ਹੁੰਦੇ ਇੱਦਾਂ, ਇਸ ਤਰੀਕੇ ਨਾਲ ਕਰਕੇ ਬਣਦੇ ਆ, ਔਰ ਇਹਨਾਂ ਦੇ ਵਿੱਚ ਨਾ ਫਲੈਜਲਾ, ਇੱਕ ਲੌਂਗੀਟਿਊਡਨਲ ਫਲੈਜਲਾ ਹੁੰਦਾ, ਇੱਕ ਟਰਾਂਸਵਰਸ ਫਲੈਜਲਾ। ਲੌਂਗੀਟਿਊਡਨਲ ਮਤਲਬ ਲੌਂਗ ਐਕਸਿਸ 'ਤੇ ਜਿਹੜਾ ਫਲੈਜਲਾ ਉਹ ਲੌਂਗੀਟਿਊਡਨਲ ਫਲੈਜਲਾ, ਔਰ ਜਿਹੜਾ ਮਤਲਬ ਟਰਾਂਸਵਰਸ ਸੈਕਸ਼ਨ 'ਤੇ ਬਣਦਾ ਉਹਨੂੰ ਟਰਾਂਸਵਰਸ ਫਲੈਜਲਾ ਅਸੀਂ ਕਹਿ ਦਿੰਦੇ ਹੈਗੇ ਆ। ਦੋ ਫਲੈਜਲਾਸ ਪ੍ਰੈਜ਼ੈਂਟ ਹੁੰਦੇ ਆ, ਔਰ ਇਹਨਾਂ ਦੇ ਵਿੱਚ ਕੀ ਬਣੇ ਹੁੰਦੇ ਆ, ਫਿਊਰੋਜ਼ ਬਣੇ ਹੁੰਦੇ ਹੈਗੇ ਆ, ਠੀਕ ਹੈ। ਹੁਣ ਦੇਖੋ ਡਾਈ ਦਾ ਮਤਲਬ ਹੁੰਦਾ 2, ਅਗਰ ਆਪਾਂ ਇੱਧਰ ਧਿਆਨ ਨਾਲ ਦੇਖੀਏ ਇਹਦੇ ਵਿੱਚ ਕੀ ਲਿਖਿਆ ਹੋਇਆ, ਡਾਈ ਦਾ ਮਤਲਬ ਹੁੰਦਾ 2, ਠੀਕ ਹੈ, 2। ਔਰ ਫਲੈਜਲੇਟਿਡ ਮਤਲਬ ਫਲੈਜਲਾਸ ਪ੍ਰੈਜ਼ੈਂਟ ਆ ਜਿਹੜੇ ਇਹਨਾਂ ਨੂੰ ਮੂਵ ਕਰਨ 'ਚ ਹੈਲਪ ਕਰਦੇ। ਇੱਕ ਲੌਂਗੀਟਿਊਡਨਲ ਪਾਰਟ 'ਚ ਪ੍ਰੈਜ਼ੈਂਟ ਹੁੰਦਾ, ਇੱਕ ਟਰਾਂਸਵਰਸ 'ਚ ਪ੍ਰੈਜ਼ੈਂਟ ਹੁੰਦਾ ਆ ਜਿਹੜਾ ਫਲੈਜਲਾ ਹੁੰਦਾ ਆ, ਠੀਕ ਹੈ। ਔਰ ਵਿੱਚ ਕੀ ਹੁੰਦੇ, ਫਿਊਰੋਜ਼ ਬਣੇ ਹੁੰਦੇ, ਫਿਊਰੋਜ਼ ਮਤਲਬ ਫਾੜ ਜਿੱਦਾਂ ਬਣੇ ਹੁੰਦੇ ਆ ਨਾ। ਹੁਣ ਅਗਰ ਮੈਂ ਇਸ ਤਰੀਕੇ ਨਾਲ ਬਣਾਇਆ, ਇੱਕ ਆ ਫਿਊਰੋਜ਼ ਆ ਇਹਨਾਂ ਦੇ, ਆਹ ਵਾਲਾ ਜਿਹੜਾ ਹਿੱਸਾ ਇਹ ਫਿਊਰੋਜ਼ ਵਾਲਾ ਆ, ਠੀਕ ਹੈ, ਫਾੜ ਵਾਲਾ ਹਿੱਸਾ ਜਿੱਥੋਂ ਇਹ ਅਲੱਗ-ਅਲੱਗ ਪਾਰਟ ਬਣਦੇ ਇਹਨਾਂ ਦੇ। ਹੁਣ ਜਿਹੜੇ ਰੈੱਡ ਡਾਇਨੋਫਲੈਜੇਲੇਟਸ ਹੈਗੇ ਆ, ਠੀਕ ਹੈ, ਉਹਨਾਂ ਦਾ ਕਲਰ ਰੈੱਡ ਹੁੰਦਾ, ਇਸ ਕਰਕੇ ਆਪਾਂ ਉਹਨਾਂ ਨੂੰ ਰੈੱਡ ਡਾਇਨੋਫਲੈਜੇਲੇਟ ਬੋਲਦੇ ਆ। ਉਹਨਾਂ ਦਾ ਨਾਮ ਹੁੰਦਾ ਗੋਨੇਲਕਸ, ਠੀਕ ਹੈ, ਗੋਨੇਲਕਸ ਕਿਹਾ ਜਾਂਦਾ ਇਹਨਾਂ ਨੂੰ ਪ੍ਰੋਪਰ ਨਾਮ। ਹੁਣ ਜਿੱਦਾਂ ਮੇਰਾ ਇੱਕ ਪ੍ਰੋਪਰ ਨਾਮ ਆ ਪੂਜਾ ਹੈ, ਮੈਂ ਵੀ ਇਨਸਾਨ ਆ ਔਰ ਮੇਰਾ ਨਾਮ ਆ ਪੂਜਾ, ਹੈ ਨਾ, ਵੈਸੇ ਹੀ ਇਹ ਜਿਹੜੇ ਡਾਇਨੋਫਲੈਜੇਲੇਟਸ ਹੈਗੇ ਆ ਇਹਨਾਂ ਦਾ ਨਾਮ ਕੀ ਹੈਗਾ ਆ, ਗੋਨੇਲਕਸ। ਰੈਡੀਟਾਈਡਸ ਪ੍ਰੋਡਿਊਸ ਕਰਦੇ ਆ ਕਿਉਂਕਿ ਇਹਨਾਂ ਦੇ ਵਿੱਚ ਰੈੱਡ ਪਿਗਮੈਂਟ ਪ੍ਰੈਜ਼ੈਂਟ ਹੁੰਦਾ। ਹੁਣ ਜਿੱਥੇ ਇਹ ਬਹੁਤ ਜ਼ਿਆਦਾ ਮਲਟੀਪਲਾਈ ਕਰ ਜਾਣਗੇ ਉੱਥੇ ਇਹਨਾਂ ਦਾ ਹੀ ਕਲਰ ਦਿਖਾਈ ਦੇਗਾ, ਔਰ ਉਸ ਟਾਈਡ ਵਾਟਰ ਦੀ ਉਸ ਟਾਈਡ ਦੇ ਵਿੱਚ, ਉਸ ਵੇਵ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਹੈਗੀ ਆ ਉਹ ਰੈੱਡ ਕਲਰ ਦੀ ਬਣ ਜਾਏਗੀ ਇਹਨਾਂ ਦੇ ਕਰਕੇ। ਈਵਨ ਇਹ ਕੀ ਕਰਦੇ ਹੈਗੇ ਆ, ਟੌਕਸਿਨ ਰਿਲੀਜ਼ ਕਰਦੇ ਆ, ਪੋਇਜ਼ਨ ਰਿਲੀਜ਼ ਕਰਦੇ ਆ। ਉਹ ਪੋਇਜ਼ਨ ਨੂੰ ਅਸੀਂ ਬੋਲਦੇ ਹਾਂ ਸੈਕਸੀਲੋਕਸਿਨ, ਠੀਕ ਹੈ, ਸੈਕਸੀਲੋਕਸਿਨ ਉਸ ਟੌਕਸਿਨ ਦਾ ਨਾਮ ਆ ਇਹਨਾਂ ਦੇ ਕਰਕੇ। ਹੁਣ ਇਹ ਟੌਕਸਿਨ ਇੰਨਾ ਹਾਰਮਫੁਲ ਹੁੰਦਾ ਆ, ਪੋਇਜ਼ਨ ਇੰਨਾ ਹਾਰਮਫੁਲ ਹੁੰਦਾ ਜਿਹਦੇ ਕਰਕੇ ਕਿ ਜਿਹੜੇ ਐਕੁਆਟਿਕ ਔਰਗੈਨਿਜ਼ਮਸ ਹੈਗੇ, ਜਿੱਦਾਂ ਫਿਸ਼ਿਸ, ਪਾਣੀ 'ਚ ਰਹਿਣ ਵਾਲੇ ਔਰਗੈਨਿਜ਼ਮਸ ਆ ਉਹ ਮਰ ਜਾਂਦੇ ਹੈਗੇ ਆ, ਠੀਕ ਹੈ, ਖਤਰਨਾਕ ਹੁੰਦਾ ਉਹਨਾਂ ਦੇ ਲਈ। ਤਾਂ ਆਪਾਂ ਇਹਨਾਂ ਦੀ ਇੱਕ ਵਾਰ ਫਿਗਰ ਦੇਖ ਲੈਂਦੇ ਹਾਂ। ਦੇਖੋ ਡਾਇਨੋਫਲੈਜੇਲੇਟਸ ਇਸ ਤਰੀਕੇ ਦੇ ਹੁੰਦੇ ਆ, ਠੀਕ ਹੈ, ਇਸ ਤਰੀਕੇ ਦੇ ਦਿਖਾਈ ਦਿੰਦੇ ਆ ਡਾਇਨੋਫਲੈਜੇਲੇਟਸ। ਦੇਖੋ ਇਹਨਾਂ ਦੇ ਵਿੱਚ ਇਹ ਵਾਲਾ ਫਿਊਰੋ ਬਣਿਆ ਹੋਇਆ, ਇੱਥੇ ਫਿਊਰੋਜ਼ ਬਣੇ ਹੋਏ ਆ, ਇਹ ਫਲੈਜਲਾ ਦਿਖਾਈ ਦੇ ਰਿਹਾ ਹੈ ਨਾ। ਅਗਰ ਤੁਸੀਂ ਇੱਥੇ ਦੇਖੋਗੇ ਇਹ ਫਲੈਜਲਾ ਸੌਰੀ ਇਹਨੂੰ ਫਿਊਰੋ ਨੂੰ ਅਸੀਂ ਕੀ ਕਹਿੰਦੇ ਹੈਗੇ ਆ, ਸਿਨਗਲਮ। ਜਿਹੜਾ ਬਾਕੀ ਦਾ ਪਾਰਟ ਹੁੰਦਾ ਉਹਨੂੰ ਬੋਲਦੇ ਐਪੀਥਿਕਾ, ਠੀਕ ਹੈ। ਨੀਚੇ ਵਾਲੇ ਏਰੀਆ ਨੂੰ ਹਾਈਪੋਥਿਕਾ ਬੋਲਦੇ ਹੈਗੇ ਆ। ਜਿਹੜਾ ਨੀਚੇ ਵਾਲਾ ਲੌਂਗੀਟਿਊਡਨਲ ਪਾਰਟ ਦੇ ਵਿੱਚ ਫਿਊਰੋ ਬਣਿਆ ਹੁੰਦਾ ਉਹਨੂੰ ਸਲਕਸ ਬੋਲ ਦਿੰਦੇ ਹੈਗੇ ਆ, ਠੀਕ ਹੈ। ਨੈਕਸਟ ਦੇਖਦੇ ਹਾਂ ਜੀ, ਹੁਣ ਰੈਡੀਟਾਈਡਸ ਦੇਖੋ ਕਿਸ ਤਰੀਕੇ ਨਾਲ ਬਣੀਆਂ ਹੋਈਆਂ ਆ। ਰੈਡੀਟਾਈਡਸ ਜਿੱਦਾਂ ਆਪਾਂ ਪੜ੍ਹਿਆ ਨਾ ਕਿ ਬਹੁਤ ਜ਼ਿਆਦਾ ਹੁੰਦੇ ਆ ਅਤੇ ਮਲਟੀਪਲਾਈ ਕਰ ਜਾਂਦੇ ਹੈਗੇ ਆ ਗੋਨੇਲਕਸ, ਔਰ ਗੋਨੇਲਕਸ ਜਿੱਥੇ ਬਹੁਤ ਜ਼ਿਆਦਾ ਹੁੰਦੇ ਹੈਗੇ ਉਹ ਰੈੱਡ ਕਲਰ ਦਾ ਬਣ ਜਾਂਦਾ ਏਰੀਆ, ਇਸ ਕਰਕੇ ਰੈਡੀਟਾਈਡਸ ਪ੍ਰੋਡਿਊਸ ਹੁੰਦੀਆਂ ਵਾ। ਇਹ ਹੈਗੀ ਗੋਨੇਲਕਸ ਦੀ ਡਾਇਗਰਾਮ, ਠੀਕ ਹੈ। ਗੋਨੇਲਕਸ ਦੇਖੋ ਆਸ-ਪਾਸ ਸੈਲੂਲੋਜ਼ ਦੀ ਲੇਅਰ ਬਣੀ ਹੋਈ ਆ, ਇਹ ਫਲੈਜਲਾ ਬਣੀ ਹੋਈ ਆ, ਟਰਾਂਸਵਰਸ ਪਾਰਟ 'ਤੇ ਬਣਿਆ ਹੋਇਆ, ਠੀਕ ਹੈ। ਇਸ ਤਰੀਕੇ ਦਾ ਇਹ ਦਿਖਾਈ ਦਿੰਦਾ ਆ। ਉਸ ਤੋਂ ਬਾਅਦ ਆਪਾਂ ਆਉਂਦੇ ਹਾਂ ਜੀ, ਡਾਇਨੋਫਲੈਜੇਲੇਟਸ ਆਪਣਾ ਖਤਮ ਹੋ ਗਿਆ। ਨੈਕਸਟ ਆਉਂਦੇ ਯੂਗਲੀਨੋਇਡਸ 'ਤੇ। ਹੁਣ ਜਿਹੜੇ ਯੂਗਲੀਨੋਇਡਸ ਹੁੰਦੇ ਇਹਨਾਂ ਦੀ ਨਿਊਟ੍ਰੀਸ਼ਨ ਹੁੰਦੀ ਹੈ ਮਿਗਜ਼ੋਟ੍ਰੋਪਿਕ ਨਿਊਟ੍ਰੀਸ਼ਨ। ਮੋਸਟਲੀ ਇਹ ਫਰੈਸ਼ ਵਾਟਰ ਔਰਗੈਨਿਜ਼ਮਸ ਹੁੰਦੇ ਆ। ਜਿਹੜਾ ਪਾਣੀ ਖੜਾ ਹੁੰਦਾ ਸਟੈਗਨੈਂਟ ਮਤਲਬ ਖੜਾ ਪਾਣੀ ਜਿਹੜਾ ਹੈਗਾ ਉੱਥੇ ਜ਼ਿਆਦਾਤਰ ਪਾਏ ਜਾਂਦੇ ਹੈਗੇ ਆ। ਫਰੈਸ਼ ਵਾਟਰ ਆ ਬਟ ਸਟੈਗਨੈਂਟ ਆ, ਉੱਥੇ ਪਾਏ ਜਾਂਦੇ ਆ ਇਹ। ਹੁਣ ਇਹਨਾਂ ਦੇ ਵਿੱਚ ਕੀ ਹੈਗਾ, ਕੋਈ ਵੀ ਔਰਗੈਨਿਜ਼ਮ ਹੋਏਗਾ, ਕੋਈ ਵੀ ਸੈੱਲ ਹੋਏਗਾ, ਉਹਦੀ ਕੀ ਹੁੰਦੀ ਆ, ਸੈੱਲ ਵਾਲ ਬਣੀ ਹੁੰਦੀ ਆ, ਹੈ ਨਾ, ਉਹਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਦੇ ਲਈ। ਸੋ ਸੌਰੀ
ਸੈੱਲ ਵਾਲ ਦੀ ਜਗ੍ਹਾ 'ਤੇ ਕੀ ਹੁੰਦਾ ਆ, ਪ੍ਰੋਟੀਨ ਰਿਚ ਲੇਅਰ ਪ੍ਰੈਜੈਂਟ ਹੁੰਦੀ ਹੈਗੀ ਆ, ਜਿਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਪੈਲੀਕਲ ਕਹਿ ਦਿੰਦੇ ਹਾਂ, ਠੀਕ ਹੈ, ਜਿਹੜੀ ਇਹਨੂੰ ਫਲੈਕਸੀਬਿਲਿਟੀ ਪ੍ਰੋਵਾਈਡ ਕਰਦੀ ਹੈਗੀ ਆ। ਪੈਲੀਕਲ ਪ੍ਰੋਟੀਨ ਦੇ ਨਾਲ ਬਣੀ ਹੁੰਦੀ ਆ। ਕੁਐਸਚਨ ਅਗਰ ਆਏ ਕਿ ਜਿਹੜੀ ਸੈੱਲ ਵਾਲ ਹੈ ਯੂਗਲੀਨੋਇਡਸ 'ਚੋਂ ਕਿਹਦੇ ਨਾਲ ਬਣੀ ਹੋਈ ਆ, ਆਪਾਂ ਕਹਾਂਗੇ ਕਿ ਪ੍ਰੋਟੀਨ ਦੇ ਨਾਲ ਬਣੀ ਹੋਈ ਆ। ਡਾਇਨੋਫਲੈਜੇਲੇਟਸ 'ਚ ਕੀ ਬਣਦਾ, ਪਲੇਟਸ ਬਣਦੀਆਂ, ਲੇਅਰਸ ਜਿਹੜੀਆਂ ਉਹ ਕਿਹਦੇ ਨਾਲ ਬਣਦੀਆਂ, ਸੈਲੂਲੋਜ਼ ਦੇ ਨਾਲ ਬਣਦੀਆਂ ਹੈਗੀਆਂ, ਠੀਕ ਹੈ। ਕ੍ਰਾਈਜ਼ੋਫਾਈਟਸ 'ਚ ਕਿਹਦੇ ਨਾਲ ਬਣਦੀਆਂ ਹੈਗੀਆਂ, ਸਿਲਿਕਾ ਦੇ ਨਾਲ ਆਸ-ਪਾਸ ਦੀ ਲੇਅਰ ਬਣਦੀ ਹੈਗੀਆਂ। ਸੋ ਯਾਦ ਰੱਖਣ ਵਾਲੀ ਗੱਲ ਹੈ। ਨੈਕਸਟ ਹੈ ਦੋ ਫਲੈਜਿਲਾ ਹੈ, ਠੀਕ ਹੈ। ਯੂਗਲੀਨੋਇਡਸ ਇਸ ਤਰੀਕੇ ਦੇ ਹੁੰਦੇ ਆ, ਇਸ ਤਰੀਕੇ ਦਾ ਕੁਛ ਦਿਖਾਈ ਦਿੰਦਾ ਉਹਦੇ ਵਿੱਚ ਫਲੈਜਿਲਾ ਹੁੰਦਾ, ਇੱਕ ਲੌਂਗ ਇੱਕ ਸ਼ਾਰਟ ਫਲੈਜਿਲਾ ਹੁੰਦਾ ਆ, ਦੋਨੋਂ ਇਰੈਗੂਲਰ ਫਲੈਜਿਲਾ ਹੈ, ਠੀਕ ਹੈ, ਜਿਹੜੇ ਮੂਵਮੈਂਟ ਹੈਲਪ ਕਰਦੇ ਆ। ਨੈਕਸਟ ਐਗਜ਼ਾਮਪਲ ਇਹਦੀ ਯੂਗਲੀਨਾ ਔਰ ਪੈਰਾਮੀਸ਼ੀਅਮ, ਜਿਹੜਾ ਚੱਪਲ ਸ਼ੇਪ ਦਾ ਦਿਖਾਈ ਦਿੰਦਾ, ਪੈਰ ਸ਼ੇਪ ਦਾ ਦਿਖਾਈ ਦਿੰਦਾ ਨਾ ਪੈਰਾਮੀਸ਼ੀਅਮ, ਉਹ ਵੀ ਇਹਦੀ ਐਗਜ਼ਾਮਪਲ ਹੈਗੀ ਆ ਯੂਗਲੀਨੋਇਡ ਦੀ। ਸੋ ਫਿਗਰ ਤੇ ਆਉਂਦੇ ਆ, ਇਹਨਾਂ ਨੂੰ ਕਹਿੰਦੇ ਆ ਅਸੀਂ ਯੂਗਲੀਨੋਇਡਸ, ਠੀਕ ਹੈ। ਇਹਨਾਂ ਦੇ ਵਿੱਚ ਕਲੋਰੋਫਿਲ ਪ੍ਰੈਜੈਂਟ ਹੁੰਦਾ ਆ। ਸੋ ਇਸ ਕਰਕੇ ਆਪਣਾ ਫੂਡ ਖੁਦ ਪ੍ਰੀਪੇਅਰ ਕਰ ਸਕਦਾ, ਬਟ ਇੱਦਾਂ ਦੀ ਕੰਡੀਸ਼ਨ ਜਿੱਥੋਂ ਫੂਡ ਆਪਣਾ ਪ੍ਰੀਪੇਅਰ ਨਾ ਕਰ ਪਾਏ ਤਾਂ ਉਹ ਦੂਸਰੇ ਔਰਗੈਨਿਜ਼ਮ ਤੋਂ ਲਏਗਾ, ਇਸ ਕਰਕੇ ਇਹਨੂੰ ਅਸੀਂ ਮਿਕਜ਼ੋਟ੍ਰੋਪਿਕ ਕਹਿ ਦਿੰਦੇ ਹਾਂ। ਦੇਖੋ ਇਹ ਫਲੈਜਿਲਾ ਬਣਿਆ ਹੋਇਆ, ਠੀਕ ਹੈ, ਜ਼ਿਆਦਾਤਰ ਦੋ ਫਲੈਜਿਲਾ ਹੁੰਦੇ ਆ ਔਰ ਇਰੈਗੂਲਰ ਸ਼ੇਪ 'ਚ ਹੁੰਦੇ ਹੈਗੇ ਆ। ਨੈਕਸਟ ਆਉਂਦੇ ਆ ਜੀ ਸਲਾਈਮੂਲਸ ਦੇ ਉੱਤੇ। ਸਲਾਈਮੂਲਸ ਜਿਹੜੇ ਹੈ ਇਹ ਕਿਹੜੇ ਹੁੰਦੇ ਆ, ਸੈਪਰੋਫਾਈਟਿਕ ਹੁੰਦੇ ਆ। ਹੁਣ ਇਹ ਕੇਸ ਕੈਟਾਗਰੀ 'ਚ ਆਉਂਦੀ ਹੈ ਹੀਟੀਰੋਟ੍ਰੋਪਿਕ, ਠੀਕ ਹੈ। ਸਲਾਈਮੂਲਸ ਐਂਡ ਪ੍ਰੋਟੋਜ਼ੋਨਸ ਜਿਹੜੇ ਆ ਹੀਟੀਰੋਟ੍ਰੋਪਿਕ ਹੁੰਦੇ ਆ। ਸਲਾਈਮੂਲਸ ਦੀ ਇੱਕ ਕੈਟਾਗਰੀ ਹੈਗੀ ਆ, ਹੀਟੀਰੋਟ੍ਰੋਪਿਕ 'ਚ ਵੀ ਸੈਪਰੋਫਾਈਟਿਕ ਇੱਕ ਕੈਟਾਗਰੀ ਹੁੰਦੀ ਆ, ਮਤਲਬ ਜਿਹੜੇ ਡੈਡ ਔਰਗੈਨਿਜ਼ਮਸ ਤੋਂ ਆਪਣਾ ਫੂਡ ਲੈਂਦੇ ਹੈਗੇ ਆ ਉਹਨਾਂ ਨੂੰ ਅਸੀਂ ਸੈਪਰੋਫਾਈਟਿਕ ਬੋਲ ਦਿੰਦੇ ਹੈਗੇ ਆ, ਠੀਕ ਹੈ। ਐਨਗਲਫ ਦਾ ਔਰਗੈਨਿਕ ਮੈਟਰ, ਡੈਡ ਔਰਗੈਨਿਕ ਮੈਟਰ ਨੂੰ ਜਿਹੜੇ ਖਾਂਦੇ ਆ ਉਹ ਸੈਪਰੋਫਾਈਟਿਕ ਆ। ਅਗਰ ਇਹਨਾਂ ਦੀਆਂ ਫੇਵਰੇਬਲ ਕੰਡੀਸ਼ਨ ਹੋਣ ਤਾਂ ਇਹ ਪਲਾਜ਼ਮੋਡੀਅਮ ਬਣਾ ਦਿੰਦੇ ਆ, ਠੀਕ ਹੈ, ਮਤਲਬ ਫੇਵਰੇਬਲ ਕੰਡੀਸ਼ਨ ਜਿਨ੍ਹਾਂ 'ਚ ਆਰਾਮ ਨਾਲ ਗਰੋ ਕਰ ਸਕਦੇ ਆ ਤਾਂ ਪਲਾਜ਼ਮੋਡੀਅਮ ਬਣਾਉਂਦੇ ਆ। ਅਗਰ ਇਹਨਾਂ ਦੀਆਂ ਫੇਵਰੇਬਲ ਕੰਡੀਸ਼ਨ ਨਾ ਹੋਣ, ਮਤਲਬ ਗਰੋ ਨਾ ਕਰ ਪਾਉਣ, ਮੁਸ਼ਕਿਲ ਕੰਡੀਸ਼ਨ 'ਚ ਹੋਣ, ਪ੍ਰੋਪਰ ਇਹਨਾਂ ਨੂੰ ਨਿਊਟ੍ਰੀਸ਼ਨ ਨਾ ਮਿਲਦੀ ਹੋਵੇ ਜਾਂ ਹੋਰ ਕੋਈ ਪ੍ਰੋਬਲਮ ਹੋਵੇ, ਤੇ ਆਪਣੀਆਂ ਫਰੂਟਨਿੰਗ ਬੋਡੀਜ਼ ਦੀ ਫਾਰਮ 'ਚ ਸਪੋਰਸ ਪ੍ਰੋਡਿਊਸ ਕਰ ਲੈਂਦੇ ਹੈਗੇ। ਆਪਾਂ ਪਹਿਲਾਂ ਵੀ ਪੜ੍ਹੇ ਹੋਏ ਨਾ, ਸਪੋਰਸ ਜਿਹੜੀ ਹੈਗੀ ਆ ਉਹ ਮਤਲਬ ਇਹਦੇ ਮਟੀਰੀਅਲ ਨੂੰ ਪ੍ਰੋਟੈਕਟ ਕਰਕੇ ਰੱਖ ਲੈਂਦੇ ਆ, ਹਾਰਡ ਕਵਰਿੰਗ ਬਣਾ ਲੈਂਦੇ ਆ ਆਪਣੇ ਆਸ-ਪਾਸ, ਆਪਣੇ ਮਟੀਰੀਅਲ ਨੂੰ ਇੱਕ ਕਵਰਿੰਗ 'ਚ ਪ੍ਰੋਟੈਕਟ ਕਰਕੇ ਰੱਖ ਲੈਂਦੇ ਆ, ਠੀਕ ਹੈ। ਸੋ ਸਪੋਰਸ ਜਿਹੜੇ ਇਹਨਾਂ ਦੀਆਂ ਟਰੂ ਵਾਲਸ ਹੁੰਦੀਆਂ ਆ, ਔਰ ਸਪੋਰਸ ਬਹੁਤ ਛੋਟੇ ਹੁੰਦੇ ਆ, ਮਾਈਕਰੋਸਕੋਪਿਕ ਹੁੰਦੇ ਆ ਸਪੋਰਸ, ਜਿੱਦਾਂ ਕਿ ਪਾਊਡਰ ਵਰਗਾ ਹੁੰਦੇ ਹੈਗੇ ਆ, ਇਹ ਬਹੁਤ ਹਲਕੇ ਹੁੰਦੇ ਆ ਔਰ ਹਵਾ ਦੇ ਨਾਲ ਉੜ ਕੇ ਕਿਸੇ ਵੀ ਦੂਸਰੀ ਜਗ੍ਹਾ 'ਤੇ ਜਾ ਸਕਦੇ ਆ। ਅਗਰ ਉੱਥੇ ਇਹਨਾਂ ਸਪੋਰਸ ਨੂੰ ਫੇਵਰੇਬਲ ਕੰਡੀਸ਼ਨ ਮਿਲੇ ਤਾਂ ਉੱਥੇ ਜਾ ਕੇ ਇਹਨਾਂ ਨੇ ਮਤਲਬ ਜਰਮੀਨੇਟ ਕਰ ਜਾਣਾ ਆ ਔਰ ਨਹੀਂ ਸਲਾਈਮੂਲਸ ਬਣਾ ਦੇਣੇ ਆ, ਠੀਕ ਹੈ। ਸੋ ਸਲਾਈਮੂਲਸ ਦੀ ਫਿਗਰ ਦੇਖਦੇ ਆ, ਉਹਦੇ ਤੋਂ ਕਰਦੇ ਥੋੜ੍ਹਾ। ਇਹ ਸਲਾਈਮੂਲਸ ਹੁੰਦੇ ਇਸ ਤਰੀਕੇ ਦੇ, ਠੀਕ ਹੈ। ਆਪਾਂ ਸਭ ਤੋਂ ਪਹਿਲਾਂ ਜਦੋਂ ਵੀਡੀਓ ਸਟਾਰਟ ਕੀਤੀ ਸੀ ਉਹਦੇ ਵਿੱਚ ਵੀ ਸਲਾਈਮੂਲਸ ਬਣੇ ਹੋਏ ਆ। ਇਹ ਦੇਖੋ ਜਿਹੜਾ ਇਹ ਵਾਲਾ ਪਾਰਟ ਹੈ, ਇਹ ਵਾਲਾ ਪਾਰਟ ਇਸ ਤਰੀਕੇ ਦੇ ਦਿਖਾਈ ਦਿੰਦੇ ਸਲਾਈਮੂਲਸ, ਠੀਕ ਹੈ, ਯੈਲੋ ਕਲਰ ਦੇ ਇਸ ਤਰੀਕੇ ਦੇ ਬਣੇ ਹੋਏ ਆ, ਠੀਕ ਹੈ, ਸਲਾਈਮੂਲਸ। ਹੁਣ ਸਲਾਈਮੂਲਸ ਜਿਹੜੇ ਹੈ ਸੈਪਰੋਫਾਈਟਿਕ ਔਰਗੈਨਿਜ਼ਮਸ ਆ, ਠੀਕ ਹੈ। ਸਪੋਰਸ ਇਹਨਾਂ ਦੀਆਂ ਏਅਰ ਦੇ ਵਿੱਚ ਹੀ ਪ੍ਰੈਜੈਂਟ ਹੁੰਦੀਆਂ ਆ, ਠੀਕ ਹੈ। ਇੱਕ ਇਹਨਾਂ ਦੀ ਚੀਜ਼ ਹੈ ਕਿ ਹੁਣ ਇਹ ਗਰੋ ਕਿੱਦਾਂ ਕਰਦੇ, ਆਪਾਂ ਕਿਹਾ ਕਿ ਸਪੋਰਸ ਬਣਦੇ ਕਿੱਦਾਂ ਆ ਇਹ ਦੇਖੋ, ਸਲਾਈਮੂਲਸ ਜਿਹੜੇ ਹੁੰਦੇ ਆ ਅਗਰ ਤਾਂ ਫੇਵਰੇਬਲ ਕੰਡੀਸ਼ਨ ਆ ਇਹ ਪਲਾਜ਼ਮੋਡੀਅਮ ਬਣਾ ਦੇਣਗੇ, ਠੀਕ ਹੈ। ਇਹ ਪਲਾਜ਼ਮੋਡੀਅਮ ਮੈਚਿਓਰ ਹੁੰਦੇ ਆ ਤਾਂ ਆਪਣੀ ਸਪੋਰੈਂਜੀਆ ਬਣਾ ਲੈਂਦੇ। ਮੰਨ ਲਓ ਇਹਨਾਂ ਦੀ ਅਨਫੇਵਰੇਬਲ ਕੰਡੀਸ਼ਨ ਆ ਗਈ ਤਾਂ ਇਸ ਤਰੀਕੇ ਨਾਲ ਫਰੂਟ ਵਰਗਾ ਸਟਰਕਚਰ ਬਣਾ ਕੇ ਫਰੂਟਨਿੰਗ ਬੋਡੀਜ਼ ਬਣਾਉਂਦੇ ਹੈਗੇ, ਸਪੋਰਸ ਬਣਾਉਂਦੇ ਆ। ਹੁਣ ਇਹਨਾਂ ਸਪੋਰਸ ਦੇ ਅੰਦਰ ਸਪੋਰੈਂਜੀਅਮ ਹੁੰਦੇ ਆ, ਜਿੱਦੀ ਉਹ ਮੈਚਿਓਰ ਹੁੰਦੇ ਤਾਂ ਉਹਨਾਂ ਦੀ ਮਿਓਸਿਸ ਹੁੰਦੀ। ਮਿਓਸਿਸ ਇੱਕ ਸੈੱਲ ਡਿਵੀਜ਼ਨ ਦੀ ਟਾਈਪ ਹੈ, ਮਿਓਸਿਸ ਔਰ ਮਾਈਟੋਸਿਸ ਹੁੰਦੀ ਆ, ਠੀਕ ਹੈ। ਮਿਓਸਿਸ ਰਿਪਰੋਡਕਟਿਵ ਸੈਲਸ ਦੀ ਹੁੰਦੀ ਆ, ਮਾਈਟੋਸਿਸ ਨੋਰਮਲ ਸੈਲਸ ਦੀ ਹੁੰਦੀ ਹੈਗੀ ਆ, ਨੋਰਮਲ ਸੈਲਸ ਦੀ ਹੁੰਦੀ ਆ। ਮਿਓਸਿਸ ਜਿਹੜੀ ਆ ਇਹਦੇ ਵਿੱਚ ਕੀ ਬਣਦੇ ਹੈਗੇ, ਸਪੋਰਸ ਬਣਦੇ ਆ, ਠੀਕ ਹੈ। ਸਪੋਰਸ ਜਦੋਂ ਜਰਮੀਨੇਟ ਹੁੰਦੇ ਆ
ਠੀਕ ਹੈ। ਇਹ ਸਪੋਰਸ ਜਿਹੜੇ ਆ ਇਹ ਹੈਪਲੋਇਡ ਹੀ ਆ ਸਭ। ਜਦੋਂ ਇਹ ਜਰਮੀਨੇਟ ਹੋ ਜਾਂਦੇ ਆ ਤਾਂ ਇਹ ਅਮੀਬੋਇਕ ਸੈੱਲ ਦਾ ਸਟਰਕਚਰ ਬਣਾ ਦਿੰਦੇ, ਅਦਰਵਾਈਜ਼ ਇਹ ਫਲੈਜਿਲਾ ਦੀ ਫਾਰਮ 'ਚ ਰਹਿੰਦੇ ਆ। ਹੁਣ ਇਹ ਜਿਸ ਮਰਜ਼ੀ ਫਾਰਮ 'ਚ ਹੋਣ, ਜਦੋਂ ਇਹ ਸਿਨਗੈਮੀ ਕਰਦੇ ਆ, ਰਿਪਰੋਡਕਸ਼ਨ ਕਰ ਲੈਂਦੇ ਆ, ਠੀਕ ਹੈ, ਅਤੇ ਇੱਦਾਂ ਦਾ ਜ਼ਾਈਗੋਟ ਬਣ ਜਾਂਦਾ ਆ। ਠੀਕ ਹੈ, ਹੁਣ ਇਹ ਜਿਹੜੇ ਜ਼ਾਈਗੋਟ ਹੈ ਡਿਪਲੋਇਡ ਆ। ਡਿਪਲੋਇਡ ਜਿਹੜੇ ਔਰਗਨਿਜ਼ਮਸ ਹੈਗੇ ਆ, ਸੌਰੀ ਜ਼ਾਈਗੋਟ ਹੈਗੇ ਆ, ਇਹਨਾਂ ਨੇ ਫਿਰ ਮਾਈਟੋਸਿਸ ਕਰ ਲੈਣੀ ਔਰ ਫਿਰ ਦੁਬਾਰਾ ਪਲਾਜ਼ਮੋਡੀਅਮ ਬਣਾ ਸਕਦੇ ਆ। ਹੁਣ ਇਹਦੇ ਵਿੱਚ ਇੱਕ ਮੇਨ ਗੱਲ ਕੀ ਆਉਂਦੀ ਹੈਗੀ ਆ ਕਿ ਜਿਹੜੇ ਇਹ ਸਲਾਈਮ ਮੋਲਡਸ ਹੁੰਦੇ ਆ ਨਾ, ਇਹਨਾਂ ਦੇ ਵਿੱਚ ਕੈਰੀਓਕਾਈਨੇਸਿਸ ਕੈਰੀਓਕਾਈਨੇਸਿਸ ਹੁੰਦੀ ਇਹਨਾਂ ਦੇ ਵਿੱਚ। ਠੀਕ ਹੈ, ਕੈਰੀਓਕਾਈਨੇਸਿਸ ਮਤਲਬ ਜਿਹੜਾ ਸੈੱਲ ਹੈ, ਠੀਕ ਹੈ, ਉਹਦਾ ਜਦੋਂ ਤੱਕ ਨਿਊਕਲੀਅਸ ਡਿਵਾਈਡ ਹੁੰਦਾ ਆ, ਜਦੋਂ ਮਾਈਟੋਸਿਸ ਦੇ ਥਰੂ ਹੈ ਨਾ, ਇਹਨਾਂ ਦਾ ਨਿਊਕਲੀਅਸ ਡਿਵਾਈਡ ਹੁੰਦਾ, ਉਸ ਪ੍ਰੋਸੈਸ ਨੂੰ ਅਸੀਂ ਬੋਲਦੇ ਕੈਰੀਓਕਾਈਨੇਸਿਸ। ਬਟ ਸਾਈਟੋਕਾਈਨੇਸਿਸ ਹੋਣਾ ਜ਼ਰੂਰੀ ਹੁੰਦਾ ਆ, ਤਾਂ ਹੀ ਤਾਂ ਇੱਕ ਸੈੱਲ ਡਿਵਾਈਡ ਹੋ ਕੇ 2 ਡਾਟਰ ਸੈੱਲ ਪ੍ਰੋਡਿਊਸ ਕਰਦਾ ਨਾ, ਸਾਈਟੋਕਾਈਨੇਸਿਸ ਦੇ ਥਰੂ। ਮਤਲਬ ਸਾਈਟੋਕਾਈਨੇਸਿਸ ਦਾ ਮਤਲਬ ਸਿੱਧਾ ਸਾਈਟੋਪਲਾਜ਼ਮ ਹੀ ਡਿਵਾਈਡ ਹੋ ਜਾਣਾ। ਹੁਣ ਅਗਰ ਸਾਈਟੋਪਲਾਜ਼ਮ ਡਿਵਾਈਡ ਹੋ ਜਾਏਗਾ ਤਾਂ ਹੀ 2 ਨਵੇਂ ਸੈੱਲ ਬਣ ਪਾਉਣਗੇ ਇਸ ਪਾਰਟ ਤੋਂ। ਠੀਕ ਹੈ, ਸਾਈਟੋਪਲਾਜ਼ਮ ਹੀ ਡਿਵਾਈਡ ਹੋਏਗਾ। ਤਾਂ ਹੁਣ ਇਹਨਾਂ ਦੇ ਵਿੱਚ ਸਾਈਟੋਪਲਾਜ਼ਮ ਤਾਂ ਡਿਵਾਈਡ ਹੋ ਹੀ ਨਹੀਂ ਪਾਉਂਦਾ, ਇਸ ਕਰਕੇ ਸੈੱਲ ਇੱਕ ਹੀ ਰਹਿੰਦਾ ਆ, ਬਟ ਨਿਊਕਲੀਅਸ ਬਹੁਤ ਜ਼ਿਆਦਾ ਵੱਧ ਜਾਂਦੇ, ਕਿਉਂਕਿ ਕੈਰੀਓਕਾਈਨੇਸਿਸ ਤਾਂ ਹੋ ਗਈ, ਨਿਊਕਲੀਅਸ ਤਾਂ ਬਹੁਤ ਬਣ ਗਏ, ਬਟ ਉਹ ਅਲੱਗ ਨਹੀਂ ਹੋ ਪਾਏ, ਅਲੱਗ ਸੈੱਲ ਨਹੀਂ ਬਣ ਪਾਏ। ਸੋ ਕੈਰੀਓਕਾਈਨੇਸਿਸ ਹੋ ਗਈ, ਮਲਟੀ ਨਿਊਕਲੀਏਟਿਡ ਬਣ ਜਾਂਦਾ ਇਹ ਸੈੱਲ, ਇੱਕ ਆ ਬਟ ਮਲਟੀ ਨਿਊਕਲੀਏਟਿਡ ਆ। ਠੀਕ ਹੈ, ਇਹੀ ਇਹਦੀ ਸਪੈਸ਼ਲਿਟੀ ਆ। ਨੈਕਸਟ ਕਰਦੇ ਹਾਂ, ਹੁਣ ਜਿਹੜੇ ਪ੍ਰੋਟੋਜ਼ੋਨਸ ਹੁੰਦੇ ਆ ਇਹ ਹੀਟੀਰੋਟ੍ਰੋਪਿਕ ਔਰਗਨਿਜ਼ਮਸ ਹੁੰਦੇ ਹੈਗੇ ਆ, ਮਤਲਬ ਆਪਣੇ ਫੂਡ ਲਈ ਕਿਸੇ ਦੂਸਰੇ 'ਤੇ ਡਿਪੈਂਡ ਕਰਦੇ। ਦੇ ਟਾਈਪਸ ਆ ਅਮੀਬੋਇਡ, ਫਲੈਜਿਲੇਟਿਡ, ਸਿਲੀਏਟਿਡ ਐਂਡ ਸਪੋਰੋਜ਼ੋਨਸ। ਠੀਕ ਹੈ, ਪਹਿਲੇ ਇਹਨਾਂ ਦੀ ਫਿਗਰ ਦੇਖ ਲੈਂਦੇ ਹਾਂ ਆਪਾਂ। ਇਹ ਹੈਗੇ ਆ ਅਮੀਬੋਇਡ। ਠੀਕ ਹੈ, ਅਮੀਬੋਇਡ ਪਲਾਜ਼ਮੋਡੀਅਮ ਦੀ ਟਾਈਪ ਹੈਗੀ ਆ, ਸੌਰੀ ਪ੍ਰੋਟਿਸਟਾ ਦੀ ਟਾਈਪ ਹੈਗੀ ਆ ਇਹ ਪ੍ਰੋਟੋਜ਼ੋਆ ਦੀ। ਅਮੀਬਾ ਸ਼ੇਪ ਦੇ ਹੈਗੇ, ਇਸ ਕਰਕੇ ਇਹਨਾਂ ਨੂੰ ਅਮੀਬੋਇਡ ਬੋਲ ਦਿੰਦੇ ਆ। ਇਗਜ਼ਾਮਪਲ ਇਹਦੀ ਅਮੀਬਾ ਹੀ ਹੈਗੀ ਆ। ਇਹਦੇ ਵਿੱਚ ਕੀ ਹੁੰਦਾ ਆ, ਹੁਣ ਜਿੱਦਾਂ ਇਹ ਅਮੀਬਾ ਆ, ਠੀਕ ਹੈ, ਇਹਦੀ ਇਰੈਗੂਲਰ ਸ਼ੇਪ ਹੁੰਦੀ ਆ, ਆਪਣੀ ਸ਼ੇਪ ਚੇਂਜ ਕਰਦਾ ਰਹਿੰਦਾ ਆ ਇਹ, ਔਰ ਇਹਦੇ ਵਿੱਚ ਹਰ ਇੱਕ ਪਾਰਟ ਪ੍ਰੈਜ਼ੈਂਟ ਹੁੰਦਾ। ਦੇਖੋ ਕੰਟਰੈਕਟਾਈਲ ਵੈਕਿਊਲ ਹੈ, ਫੂਡ ਵੈਕਿਊਲ ਹੈ ਜਿਹਦੇ ਵਿੱਚ ਫੂਡ ਜਾਏਗਾ। ਇਸ ਤੋਂ ਬਾਅਦ ਐਕਟੋਪਲਾਜ਼ਮ ਹੈ, ਪਲਾਜ਼ਮੀਗਲ ਹੈ, ਸਿਊਡੋਪੋਡੀਆ ਹੈ। ਸਿਊਡੋਪੋਡੀਆ ਬਹੁਤ ਹੀ ਇੰਪੋਰਟੈਂਟ ਇਹਦੇ ਵਿੱਚ ਦੱਸਿਆ ਹੋਇਆ। ਜਿੱਦਾਂ ਹੁਣ ਇਹਦੀ ਇਰਾਗੂਲਰ ਸ਼ੇਪ ਹੈ, ਹੁਣ ਅਗਰ ਇਹਨੇ ਆਪਣਾ ਫੂਡ ਕੈਪਚਰ ਕਰਨਾ ਤਾਂ ਕਿੱਦਾਂ ਕਰੇਗਾ, ਇਹ ਕੀ ਕਰਦਾ ਆਪਣੀ ਇਸ ਤਰੀਕੇ ਨਾਲ ਫੀਟ ਵਰਗਾ ਸਟਰਕਚਰ ਬਣਾ ਲੈਂਦਾ ਆਪਣਾ। ਠੀਕ ਹੈ, ਜਿਹਦੇ ਥਰੂ ਕੀ ਫੂਡ ਨੂੰ ਕੈਪਚਰ ਕਰ ਸਕੇ, ਮਤਲਬ ਫੂਡ ਪਾਰਟੀਕਲ ਹੈ ਤੈਨੂੰ ਕੈਪਚਰ ਕਰ ਸਕੇ, ਸਟਰਕਚਰ ਇੱਦਾਂ ਦਾ ਆਪਣਾ ਬਣਾ ਲੈਂਦਾ ਹੈਗਾ। ਉਹਨੂੰ ਅਸੀਂ ਕਹਿ ਦਿੰਦੇ ਸਿਊਡੋਪੋਡੀਆ। ਫਾਲਸ ਫੀਟ ਮਤਲਬ ਹੈ ਨਹੀਂ ਗੇ, ਫੀਟ ਹੈ ਨਹੀਂ ਗੇ, ਬਟ ਦਿਖਾਈ ਇੱਦਾਂ ਦੇ ਦਿੰਦੇ ਜਿੱਦਾਂ ਫੀਟ ਵਰਗਾ ਸਟਰਕਚਰ ਹੈਗਾ ਆ। ਇਹਨੂੰ ਅਸੀਂ ਬੋਲ ਦਿੰਦੇ ਹੈਗੇ ਆ ਅਮੀਬੋਇਡ ਪ੍ਰੋਟੋਜ਼ੋਨਸ। ਦੂਸਰੇ ਟਾਈਪ ਦੇ ਸਾਡੇ ਤੋਂ ਆ ਜਾਂਦੇ ਹੈਗੇ ਆ ਫਲੈਜਿਲੇਟਿਡ, ਜਿਨ੍ਹਾਂ ਦੇ ਵਿੱਚ ਫਲੈਜਿਲਾ ਪ੍ਰੈਜ਼ੈਂਟ ਹੁੰਦਾ। ਹੁਣ ਇਹ ਦੇਖੋ, ਇਹ ਫਲੈਜਿਲਾ ਪ੍ਰੈਜ਼ੈਂਟ ਹੈਗਾ ਇਹਦੇ ਵਿੱਚ। ਠੀਕ ਹੈ ਇਹ ਪ੍ਰੋਟੋਜ਼ੋਆ, ਬਟ ਇਹ ਫਲੈਜਿਲਾ ਆ ਇਹਦੇ ਵਿੱਚ ਪ੍ਰੈਜ਼ੈਂਟ, ਸੋ ਇਹਨੂੰ ਅਸੀਂ ਫਲੈਜਿਲੇਟਿਡ ਪ੍ਰੋਟੋਜ਼ੋਨ ਕਹਿ ਦਿੰਦੇ ਹੈਗੇ ਆ। ਨੈਕਸਟ ਹੈ ਸੀਲੀਏਟਿਡ ਪ੍ਰੋਟੋਜ਼ੋਨ। ਇਹ ਦੇਖੋ, ਇਹਨਾਂ ਦੇ ਵਿੱਚ ਸੀਲੀਆ ਬਣਿਆ ਹੋਇਆ ਇਸ ਤਰੀਕੇ ਨਾਲ, ਜਿਹੜਾ ਹੇਅਰ ਲਾਈਕ ਸਟਰਕਚਰ ਬਣਿਆ ਹੋਇਆ, ਇਹਨੂੰ ਅਸੀਂ ਕੀ ਬੋਲ ਦਿੰਦੇ ਹੈਗੇ ਆ, ਸੀਲੀਆ ਕਹਿ ਦਿੰਦੇ ਹੈਗੇ ਆ। ਸੋ ਇਹ ਕਿਹੜਾ ਪ੍ਰੋਟੋਜ਼ੋਆ ਆ, ਸੀਲੀਏਟਿਡ, ਸੀਲੀਆ ਵਾਲਾ ਪ੍ਰੋਟੋਜ਼ੋਆ ਆ। ਨੈਕਸਟ ਹੈ ਇਹ ਸਪੋਰੋਜ਼ੋਨਸ ਆ, ਸਪੋਰਸ ਫਾਰਮ 'ਚ ਹੁੰਦੇ ਜਿਹੜੇ ਕਿ ਮਲੇਰੀਆ ਕੌਜ਼ ਕਰਦੇ ਆ। ਸੋ ਪਹਿਲਾਂ ਇਹਨਾਂ ਬਾਰੇ ਥੋੜ੍ਹੀ ਸਟੱਡੀ ਕਰ ਲੈਂਦੇ, ਉਸ ਤੋਂ ਬਾਅਦ ਇਹਦੇ 'ਤੇ ਪਹੁੰਚਦੇ ਹਾਂ। ਅਮੀਬੋਇਡ ਪ੍ਰੋਟੋਜ਼ੋਆ ਜਿਹੜੇ ਹੈਗੇ ਆ ਇਹ ਫਰੈਸ਼ ਵਾਟਰ, ਸੀ ਵਾਟਰ ਔਰ ਮੋਇਸਟ ਸੋਇਲ ਦੇ ਅੰਦਰ ਪਾਏ ਜਾਂਦੇ ਆ। ਇਹ ਸਭ ਇਹਨਾਂ ਦਾ ਹੈਬੀਟੈਟ ਹੈ। ਫਿਰ ਹੈ ਕਿ ਇਹਨਾਂ ਦੇ ਵਿੱਚ ਕੀ ਹੁੰਦੇ ਆ, ਸਿਊਡੋਪੋਡੀਆ ਹੁੰਦੇ ਜਿਹਦੇ ਥਰੂ ਆਪਣਾ ਫੂਡ ਕੈਪਚਰ ਕਰਦੇ, ਜਿੱਦਾਂ ਕਿ ਇਗਜ਼ਾਮਪਲ ਹੈ ਇਹਦੀ ਐਂਟ ਅਮੀਬਾ ਹਿਸਟੋਲੀਟਿਕਾ। ਐਂਟ ਅਮੀਬਾ ਹਿਸਟੋਲੀਟਿਕਾ ਬਿਮਾਰੀ ਫੈਲਾਉਂਦਾ, ਜਿਹਨੂੰ ਅਸੀਂ ਡੈਸੈਂਟਰੀ ਕਹਿੰਦੇ, ਡੈਸੈਂਟਰੀ ਹੋ ਜਾਂਦੀ ਆ ਇਹਦੇ ਨਾਲ।
ਇੰਟੈਸਟਾਈਨ ਨਾਲ ਰਿਲੇਟਿਡ ਪ੍ਰੋਬਲਮ ਆ ਇਹ। ਉਸ ਤੋਂ ਬਾਅਦ ਹੈ ਫਲੈਜੀਲੇਟਿਡ, ਜਿਹੜਾ ਫ੍ਰੀ ਲਿਵਿੰਗ ਪੈਰਾਸਾਈਟ ਵੀ ਫਾਰਮ 'ਚ ਹੁੰਦਾ ਹੈਗਾ, ਮਤਲਬ ਔਰਗੈਨਿਜ਼ਮ ਦੀ ਬੋਡੀ ਦੇ ਅੰਦਰ ਜਾਂ ਬਾਹਰੋਂ ਨਿਊਟ੍ਰੀਸ਼ਨ ਲੈਂਦਾ, ਫਲੈਜਲਾ 'ਚ ਪ੍ਰੈਜੈਂਟ ਆ, ਠੀਕ ਹੈ। ਇਹ ਐਗਜ਼ਾਮਪਲ ਹੈਗੀ ਇਹਦੀ ਟ੍ਰਿਪੈਨੋਸੋਮਾ ਪੈਲੇਡੀਅਮ, ਜਿਹੜਾ ਕਿ ਸਲੀਪਿੰਗ ਸਿਕਨੈਸ ਨਾਮ ਦੀ ਬਿਮਾਰੀ ਕਾਜ਼ ਕਰਦਾ। ਇਹ ਆਪਣੇ ਇੱਧਰ ਤਾਂ ਨਹੀਂ ਪਾਇਆ ਜਾਂਦਾ, ਅਫਰੀਕਾ ਵਾਲੇ ਏਰੀਆ ਦੇ ਵਿੱਚ ਇਹ ਬਿਮਾਰੀ ਜ਼ਿਆਦਾ ਪਾਈ ਜਾਂਦੀ, ਬਹੁਤ ਡੇਂਜਰਸ ਹੁੰਦੀ ਆ, ਪਰਸਨ ਦੀ ਡੈਥ ਹੋ ਸਕਦੀ ਕਿਉਂਕਿ ਨਰਵਸ ਸਿਸਟਮ ਹੀ ਫੰਕਸ਼ਨ ਕਰਨਾ ਬੰਦ ਕਰ ਦਿੰਦਾ ਹੈਗਾ ਇਹਦੇ ਵਿੱਚ, ਠੀਕ ਹੈ। ਨੈਕਸਟ ਹੈ ਸਿਲੀਏਟਿਡ ਪ੍ਰੋਟੋਜ਼ੋਨ, ਜਿਹਦੇ ਵਿੱਚ ਸੀਲੀਆ ਹੁੰਦਾ ਆ। ਇਹ ਐਕੁਆਟਿਕ ਔਰਗੈਨਿਜ਼ਮ ਆ, ਪਾਣੀ 'ਚ ਪਾਏ ਜਾਂਦੇ ਆ, ਠੀਕ ਹੈ। ਹੇਅਰ ਲਾਈਕ ਸਟਰਕਚਰ ਆ ਜਿਹੜਾ ਫੂਡ ਕੈਪਚਰ ਕਰਨ 'ਚ ਹੈਲਪ ਕਰਦਾ ਆ। ਕੈਵਿਟੀ ਹੁੰਦੀ ਇਹਨਾਂ 'ਚ ਗਲੇਟ ਦੇ ਥਰੂ ਫੂਡ ਅੰਦਰ ਜਾਂਦਾ, ਇਹਨਾਂ ਦੇ ਮਾਊਥ ਤਾਂ ਹੁੰਦਾ ਨਹੀਂ, ਸੋ ਗਲੇਟ ਦੇ ਥਰੂ ਫੂਡ ਅੰਦਰ ਜਾਂਦਾ। ਐਗਜ਼ਾਮਪਲ ਹੈ ਪੈਰਾਮੀਸ਼ੀਅਮ। ਹੁਣ ਆਪਾਂ ਡਾਇਗਰਾਮ ਤੋਂ ਦੇਖਦੇ ਹਾਂ ਇੱਕ ਵਾਰ, ਆਸਾਨੀ ਨਾਲ ਸਮਝ ਆ ਜਾਏਗਾ। ਇਹ ਵਾਲਾ, ਇਹ ਪੂਰਾ ਸੀਲੀਆ ਬਣਿਆ ਹੋਇਆ ਆਸ-ਪਾਸ, ਠੀਕ ਹੈ। ਪੈਲੀਕਲ ਲੇਅਰ ਬਣੀ ਹੁੰਦੀ ਆ, ਪ੍ਰੋਟੀਨ ਵਾਲੀ ਲੇਅਰ, ਔਰ ਇਹਦੇ ਵਿੱਚ ਗਰੂਵਸ ਬਣੇ ਹੁੰਦੇ ਹੈਗੇ ਆ। ਹੁਣ ਇਹ ਜਿਹੜੇ ਗਰੂਵਸ ਹੈਗੇ ਆ, ਇਹ ਫੂਡ ਨੂੰ ਅੰਦਰ ਤੱਕ ਲੈ ਕੇ ਜਾਣ 'ਚ ਹੈਲਪ ਕਰਦੇ ਆ। ਬਕਲ ਓਵਰੇਚਰ ਹੁੰਦਾ ਆ, ਸੈਲ ਮਾਊਥ ਬਣਿਆ ਹੋਇਆ ਆ, ਠੀਕ ਹੈ। ਮਾਊਥ ਵਾਲਾ ਪਾਰਟ ਜਿਸ ਤੋਂ ਫੂਡ ਅੰਦਰ ਐਂਟਰ ਕਰੇਗਾ, ਠੀਕ ਹੈ। ਐਨਲ ਪੋਰ ਜਿਹਦੇ ਤੋਂ ਵੇਸਟ ਬਾਹਰ ਨਿਕਲਦਾ ਹੈਗਾ। ਫੂਡ ਵੈਕਿਊਲ ਹੈ, ਮੈਕਰੋ ਨਿਊਕਲੀਅਸ ਹੈ, ਮਾਈਕਰੋ ਨਿਊਕਲੀਅਸ ਪ੍ਰੈਜੈਂਟ ਹੁੰਦਾ, ਠੀਕ ਹੈ। ਦੋ ਨਿਊਕਲੀਅਸ ਹੁੰਦੇ ਆ, ਇੱਕ ਮਾਈਕਰੋ ਵੱਡੇ ਸਾਈਜ਼ ਵਾਲਾ ਮੈਕਰੋ ਨਿਊਕਲੀਅਸ ਹੈ, ਜਿਹਦਾ ਸਾਈਜ਼ ਸਮੋਲ ਹੁੰਦਾ ਉਹਨੂੰ ਮਾਈਕਰੋ ਨਿਊਕਲੀਅਸ ਕਹਿ ਦਿੰਦੇ ਆ। ਰੇਡੀਏਟਿੰਗ ਕੈਨਾਲ ਹੈ, ਕੰਟਰੈਕਟਾਈਲ ਵੈਕਿਊਲ ਹੈ, ਇਹਦਾ ਬਹੁਤ ਇੰਪੋਰਟੈਂਟ ਫੰਕਸ਼ਨ ਹੁੰਦਾ ਹੈ ਕੰਟਰੈਕਟਾਈਲ ਵੈਕਿਊਲ ਦਾ, ਠੀਕ ਹੈ। ਔਰ ਹੁਣ ਦੇਖੋ ਆਪਾਂ ਗੱਲ ਕਰ ਰਹੇ ਕਿ ਇੱਧਰ ਸੀਲੀਆ ਆ, ਔਰ ਇਹ ਜਿਹੜੀ ਕੈਵਿਟੀ ਆ ਨਾ, ਇਹਨੂੰ ਅਸੀਂ ਗਲੇਟ ਬੋਲ ਦਿੰਦੇ ਹਾਂ, GULLET, ਗਲੇਟ ਕਿਹਾ ਜਾਂਦਾ ਹੈ। ਇਹ ਗਲੇਟ ਜਿਹੜਾ, ਹੁਣ ਸੀਲੀਆ ਕੀ ਕਰਦਾ, ਫੂਡ ਨੂੰ ਆਸ-ਪਾਸ ਜਿਹੜਾ ਹੈਗਾ ਉਹਨੂੰ ਫੂਡ ਨੂੰ ਜ਼ੋਰ ਲਗਾ ਕੇ ਪੁਸ਼ ਕਰਦਾ ਆ ਔਰ ਇਸ ਏਰੀਆ ਤੱਕ ਲੈ ਕੇ ਆਉਂਦਾ। ਸੀਲੀਆ ਫੂਡ ਨੂੰ ਪਕੜਦਾ ਆ ਆਸ-ਪਾਸ ਤੋਂ, ਮੂਵ ਕਰਕੇ ਉਹਨੂੰ ਗਲੇਟ ਤੱਕ ਲੈ ਕੇ ਆਉਂਦਾ, ਇਸ ਏਰੀਆ ਤੱਕ। ਗਲੇਟ ਦੇ ਥਰੂ ਫਿਰ ਫੂਡ ਅੰਦਰ ਪਾਸ ਕਰਦਾ ਆ, ਠੀਕ ਹੈ। ਔਰ ਜਿਹੜਾ ਪੈਰਾਮੀਸ਼ੀਅਮ ਇਸ ਤਰੀਕੇ ਨਾਲ ਫੀਡ ਕਰ ਪਾਉਂਦਾ। ਹੁਣ ਇਹ ਜਿੱਦਾਂ ਦਾ ਪੈਰ ਹੁੰਦਾ ਉਸ ਸ਼ੇਪ ਦਾ ਇਹ ਦਿਖਾਈ ਦਿੰਦਾ ਆ। ਨੈਕਸਟ ਹੈ ਸਪੋਰੋਜ਼ੋਆ ਜਿਹੜੇ ਹੁੰਦੇ ਹੈਗੇ ਆ, ਇਹ ਇਨਫੈਕਸ਼ੀਅਸ ਸਪੋਰਸ ਹੈਗੇ ਆ, ਇਨਫੈਕਸ਼ਨ ਕੋਜ਼ ਕਰਦੇ ਆ। ਇਹਨਾਂ ਦਾ ਲਾਈਫ ਸਾਈਕਲ ਕਈ ਸਟੇਜਿਸ 'ਚ ਚੱਲਦਾ ਹੈ। ਹੁਣ ਜਿੱਦਾਂ ਮਲੇਰੀਆ ਦੀ ਗੱਲ ਕਰ ਲਈਏ, ਇਹ ਪਲਾਜ਼ਮੋਡੀਅਮ ਦੇ ਨਾਲ ਹੁੰਦਾ, ਔਰ ਇਹ ਜਿਹੜਾ ਪਲਾਜ਼ਮੋਡੀਅਮ ਹੈ, ਇਹਦੀਆਂ ਖੁਦ ਦੀਆਂ ਕਈ ਸਪੀਸ਼ੀਜ਼ ਹੁੰਦੀਆਂ, ਜਿੱਦਾਂ ਹਿਊਮਨ ਬੀਂਗ ਦੇ ਵਿੱਚ ਆਪਣਾ ਲਾਈਫ ਸਾਈਕਲ ਕੰਪਲੀਟ ਕਰਦਾ, ਮਸਕੀਟੋ ਜਿਹੜਾ ਵੈਕਟਰ ਆ ਇਹਦਾ ਉਹਦੇ ਅੰਦਰ ਆਪਣਾ ਸਾਈਕਲ ਕੰਪਲੀਟ ਕਰਦਾ, ਠੀਕ ਹੈ। ਫਿਰ ਜਿਹੜਾ ਪਲਾਜ਼ਮੋਡੀਅਮ ਇਹਨਾਂ ਦੀਆਂ ਸਪੀਸ਼ੀਜ਼ ਆ, ਪਲਾਜ਼ਮੋਡੀਅਮ ਵਾਈਵੈਕਸ, ਫੈਲਸੀਪੇਰਮ, ਓਵੇਲ, ਹੈ ਨਾ, ਜਿਹੜੀਆਂ ਕਿ ਮਲੇਰੀਆ ਦੇ ਅਲੱਗ-ਅਲੱਗ ਟਾਈਪ ਬਣਾਉਂਦੀਆਂ ਹੈਗੀਆਂ, ਠੀਕ ਹੈ। ਸੋ ਇਹਦੀ ਡਾਇਗਰਾਮ ਇਹ ਹੈ ਪਲਾਜ਼ਮੋਡੀਅਮ ਇਸ ਤਰੀਕੇ ਦਾ ਹੀ ਦਿਖਾਈ ਦਿੰਦਾ। ਆਸ-ਪਾਸ ਹਲਕੇ ਹਲਕੇ ਸੀਲੀਆਸ ਪ੍ਰੈਜੈਂਟ ਹੁੰਦੇ ਹੈਗੇ ਆ, ਠੀਕ ਹੈ। ਰਿੰਗਸ ਪਾਰਟ ਹੈਗੇ ਇਹਦੇ ਅੰਦਰ। ਗੋਲਜੀ ਐਪਰੇਟਸ ਪ੍ਰੈਜੈਂਟ ਹੁੰਦਾ ਆ। ਐਂਡੋਪਲਾਜ਼ਮਿਕ ਰੈਕਟੀਕੂਲਮ, ਦੇਖੋ ਇਹ ਵਾਲਾ ਪਾਰਟ ਐਂਡੋਪਲਾਜ਼ਮਿਕ ਰੈਕਟੀਕੂਲਮ ਆ। ਮਾਈਟੋਕੌਂਡਰੀਆ ਹੈ, ਮਾਈਕਰੋਟਿਬਿਊਲਸ ਹੈਗੇ ਆ, ਐਪੀਪਲਾਸਟ ਹੈਗੇ ਆ ਇਹਦੇ ਵਿੱਚ ਪ੍ਰੈਜੈਂਟ, ਨਿਊਕਲੀਅਸ ਪ੍ਰੈਜੈਂਟ ਆ, ਠੀਕ ਹੈ। ਸੋ ਸਾਰੇ ਇਹਦੇ ਵਿੱਚ ਪ੍ਰੈਜੈਂਟ ਹੁੰਦੇ ਆ, ਇਸ ਕਰਕੇ ਯੂਕੈਰੀਓਟਿਕ ਔਰਗੈਨਿਜ਼ਮਸ ਦੀ ਕੈਟਾਗਰੀ ਦੇ ਵਿੱਚ ਆਉਂਦੇ ਹੈਗੇ ਆ, ਠੀਕ ਹੈ। ਸੋ ਇਹਦੇ ਨਾਲ ਆਪਣਾ ਪ੍ਰੋਟਿਸਟਾ ਕਿੰਗਡਮ ਖਤਮ ਹੁੰਦਾ ਆ। ਇਸ ਤੋਂ ਬਾਅਦ ਨੈਕਸਟ ਆਪਾਂ ਨੈਕਸਟ ਵੀਡੀਓ ਦੇ ਵਿੱਚ ਇਹਦੇ ਨਾਲ ਰਿਲੇਟਿਡ MCQs ਕਰਾਂਗੇ।